ਜਿਸ ਤਰ੍ਹਾਂ ਕੁਛ ਧਾਰਮਿਕ ਫੋਰਸਾਂ ਸੀਗੀਆਂ, ਚਾਹੇ ਹਿੰਦੂਆਂ ਦੀਆਂ ਸੀ ਚਾਹੇ ਸਿੱਖਾਂ ਦੀਆਂ ਸੀ, ਮੁਸਲਮਾਨ ਤਾਂ ਉਸ 'ਚ ਨਹੀਂ ਪਏ, ਲੇਕਿਨ ਉਹਨਾਂ ਨੇ ਉਹਨੂੰ ਭਗਤ ਸਿੰਘ ਦੇ ਇਮੇਜ ਨੂੰ ਵਿਗਾੜਨਾ ਵੀ ਸ਼ੁਰੂ ਕੀਤਾ। ਵਿਗਾੜਨਾ ਸ਼ੁਰੂ ਇਹ ਕੀਤਾ ਕਿ ਉਹਨੂੰ ਇੱਕ ਤਰ੍ਹਾਂ ਦੇ ਭਗਵੇਕਰਨ 'ਚ ਰੰਗਣ ਦੀ ਕੋਸ਼ਿਸ਼ ਕੀਤੀ ਅਤੇ ਖਾਲਿਸਤਾਨੀਆਂ ਨੂੰ ਆਪਣੇ ਸਿੱਖੀ ਰੰਗਣ 'ਚ ਕੋਸ਼ਿਸ਼ ਕੀਤੀ। ਲੇਕਿਨ ਖਾਲਿਸਤਾਨੀਆਂ ਦੇ ਵੀ ਦੋ ਰੂਪ ਨੇ। ਇੱਕ ਖਾਲਿਸਤਾਨੀ ਉਹ ਰੂਪ ਹੈ ਜਿਹੜਾ ਭਗਤ ਸਿੰਘ ਨੂੰ ਕਹਿੰਦਾ ਵੀ ਸਾਡੀ ਸਿੱਖੀ ਦਾ ਸਭ ਤੋਂ ਵੱਡਾ ਸ਼ਹੀਦ ਹੈ, ਉਹ ਤਾਂ ਸਿੱਖ ਸ਼ਹੀਦ ਹੈ। ਦੂਜਾ ਖਾਲਿਸਤਾਨ ਦਾ ਉਹ ਰੂਪ ਹੈ ਜਿਹੜਾ ਅੱਜ ਕੱਲ੍ਹ ਸਾਹਮਣੇ ਆ ਰਿਹਾ, ਜਿਹੜਾ ਭਗਤ ਸਿੰਘ ਨੂੰ ਗੱਦਾਰ ਕਹਿ ਰਿਹਾ। ਅੱਜ ਵੀ ਮੈਂ ਕੋਈ ਖਬਰ ਪੜ੍ਹ ਰਿਹਾ ਸੀਗਾ ਕਿ ਉਹ ਆਰੀਆ ਸਮਾਜ ਦਾ ਟਾਊਟ ਸੀ ਅਤੇ ਉਹ ਸਾਡੀ ਸਿੱਖੀ ਦੇ ਖਿਲਾਫ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰੀ ਠੋਕ ਕੇ ਹਰ ਥਾਂ ਦੇ ਉੱਤੇ ਜ਼ਿਕਰ ਕਰਦੇ ਕਹਿ ਰਿਹਾ ਹੈਗਾ ਕਿ ਉਹ ਦੁਬਦਾ ਹੀ ਕ੍ਰੀਏਟ ਕਰ ਰਹੇ ਨਾ ਜੀ ਸਾਡੇ ਲਈ, ਅਤੇ ਉਹਨੂੰ ਇਸ ਤਰੀਕੇ ਨਾਲ ਵੀ ਵਿਗਾੜ ਕੇ ਪੇਸ਼ ਕਰ ਰਿਹਾ, ਜਦੋਂ ਕਿ ਉਹਦਾ ਵਿਰੋਧ ਖੁਦ ਸਿੱਖਾਂ 'ਚੋਂ ਹੀ ਹੋ ਰਿਹਾ। ਮਤਲਬ ਇਹ ਤਾਂ ਚੰਗੀ ਗੱਲ ਹੈ ਕਿ ਚਲੋ ਸਿੱਖਾਂ ਦੇ ਵਿੱਚੋਂ ਹੀ ਉਸ ਗੱਲ ਦਾ ਵਿਰੋਧ ਹੋ ਰਿਹਾ ਹੈ। ਜਿਹੜੇ ਧਾਰਮਿਕ ਸਿੱਖ ਨੇ ਉਹ ਵੀ, ਬਾਵਜੂਦ ਇਸ ਦੇ ਕਿ ਭਗਤ ਸਿੰਘ ਨਾਸਤਿਕ ਸੀਗਾ, ਉਹ ਧਾਰਮਿਕ ਸਿੱਖ ਵੀ ਉਸ ਨੂੰ ਭਗਤ ਸਿੰਘ ਨੂੰ ਡਿਫੈਂਡ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਹ ਬਹੁਤ ਜ਼ਿਆਦਾ ਗਲਤ ਗੱਲਾਂ ਕਰ ਰਹੇ ਨੇ। ਅਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਤਰੀਕੇ ਨਾਲ ਇਹ ਭਗਤ ਸਿੰਘ ਦੀ ਇੱਕ ਦੂਜੇ ਤਰੀਕੇ ਨਾਲ ਕਾਮਯਾਬੀ ਨੂੰ ਸ਼ੋਅ ਕਰਦੇ ਨੇ ਕਿ ਉਹਦੀ ਇੰਨੀ ਦੂਰਦ੍ਰਿਸ਼ਟੀ ਸੀ ਕਿ ਕੀ ਕੁਝ ਹੋ ਸਕਦਾ ਹੈ। ਉਸ ਕਰਕੇ ਮੈਨੂੰ ਆਪਣੇ ਵਿਚਾਰਾਂ ਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖ ਦੇਣਾ ਚਾਹੀਦਾ। ਭਾਈ ਰਣਧੀਰ ਸਿੰਘ ਨਾਲ ਜਿਸ ਤਰ੍ਹਾਂ ਉਸ ਵੇਲੇ ਜੜਤਾ ਉਸ ਵੇਲੇ ਭਾਈ ਰਣਧੀਰ ਸਿੰਘ ਪਈ ਹੈ, ਜਿਹਨੇ ਉਹਨੂੰ ਕਹਿਤਾ ਸੀ ਵੀ ਉਹ ਮੁੜ ਕੇ ਧਰਮ 'ਚ ਵਿਸ਼ਵਾਸ ਕਰਨ ਲੱਗ ਗਿਆ ਸੀ ਅਤੇ ਇਸ ਕਰਕੇ ਉਹਨੂੰ ਮੈਨਾਸਤਰ ਕਿਉਂ ਲਿਖਿਆ। ਹੁਣ ਜਿਹੜੇ ਖਾਲਿਸਤਾਨੀ ਕਿਸਮ ਦੇ ਲੋਕ ਉਹਨੂੰ ਭਗਤ ਸਿੰਘ ਨੂੰ ਡਿਫੈਂਡ ਵੀ ਕਰਦੇ, ਆਪਦਾ ਹੀਰੋ ਵੀ ਕਹਿੰਦੇ ਨੇ, ਇਹ ਸਾਡਾ ਸਿੱਖ ਹੀਰੋ ਸੀ, ਉਹ ਭਾਈ ਰਣਧੀਰ ਸਿੰਘ ਦੇ ਪਿੱਛੇ ਫਾਲ ਬੈਕ ਕਰਦੇ ਨੇ। ਅਤੇ ਜਿਹੜੇ ਹੁਣ ਦੂਸਰੇ ਸਿਰੇ 'ਤੇ ਜਾਂਦੇ ਨੇ ਵੀ ਉਹ ਬਾਹਮਣਵਾਦ ਦਾ ਸੀ ਅਤੇ ਆਰੀਆ ਸਮਾਜ ਦਾ ਸੀ, ਉਹ ਦੂਜੇ ਸਿਰੇ 'ਤੇ ਜਾਂਦੇ ਨੇ। ਮਤਲਬ ਖਾਲਿਸਤਾਨੀ ਲਹਿਰ ਆਪਣੇ ਆਪ 'ਚ ਵੀ ਇੱਕ ਇੰਨੀ ਜਿਹਨੂੰ ਕਹਿਣਾ ਚਾਹੀਦਾ ਕਿ ਕੰਟਰਾਡਿਕਸ਼ਨਾਂ ਨਾਲ ਭਰੀ ਹੋਈ ਲਹਿਰ ਹੈ ਕਿ ਜਿਹਦੇ ਵਿੱਚ ਕਿਸੇ ਵੀ ਕਿਸਮ ਦੀ ਵਿਚਾਰਧਾਰਕ ਗਹਿਰਾਈ ਨਾਂ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ। ਇੱਕ ਤਰ੍ਹਾਂ ਦਾ ਲੋਕਾਂ ਨੂੰ ਭਰਮਾਂ 'ਚ ਪਾਉਣ ਵਾਲੀ ਚੀਜ਼ ਜਾਂ ਧੋਖੇ 'ਚ ਪਾਉਣ ਵਾਲੀ ਚੀਜ਼। ਖੈਰ ਇਸ ਗੱਲ 'ਤੇ ਬਹੁਤਾ ਲੰਬਾ ਜਾਣ ਦੀ ਲੋੜ ਨਹੀਂ। ਅਤੇ ਤੁਸੀਂ ਉਹ ਜਿਹੜਾ ਅਗਲਾ ਸਵਾਲ ਕੀਤਾ ਸੀ ਸੋ ਜਿਹੜੀ ਫਿਰ ਸਾਨੂੰ ਅੱਜ ਦੀ ਜਿਹੜੀ ਸਾਡੀ ਪੀੜ੍ਹੀ ਹੈ, ਉਹਦੇ ਲਈ ਜਿਹੜੀ ਇਹ ਦੁਬਿਧਾ ਕ੍ਰੀਏਟ ਕੀਤੀ ਜਾ ਰਹੀ ਹੈ, ਉਹਦੇ ਲਈ ਪ੍ਰੋਫੈਸਰ ਸਾਹਿਬ ਫਿਰ ਸਾਨੂੰ ਕਿਹੜੇ ਰੈਫਰੈਂਸ ਕੀ ਲੈਣੇ ਚਾਹੀਦੇ ਨੇ? ਮੇਰੇ ਕੋਲ ਕਈ ਵਾਰੀ ਇਹ ਜਦੋਂ ਹੁਣ ਤਾਂ ਹੋਰ ਕਿਸਮ ਦੀਆਂ ਕੁੱਡਰ ਕਿਸਮ ਦੀਆਂ ਬਹੁਤ ਲੋਅਰ ਲੈਵਲ ਕਿਸਮ ਦੀਆਂ ਗੱਲਾਂ ਹੋਣ ਲੱਗ ਗਈਆਂ, ਲੇਕਿਨ ਜਦੋਂ ਥੋੜ੍ਹੇ ਜੇ ਤਮੀਜ਼ ਨਾਲ ਵੀ ਗੱਲਾਂ ਹੁੰਦੀਆਂ ਸੀਗੀਆਂ ਅਤੇ ਤਮੀਜ਼ ਨਾਲ ਗੱਲਾਂ ਇਸ ਤਰ੍ਹਾਂ ਹੁੰਦੀਆਂ ਸੀ ਕਿ ਵੀ ਲੈਫਟਿਸਟ ਕਹਿੰਦੇ ਨੇ ਭਗਤ ਸਿੰਘ ਸਾਡਾ ਲੈਫਟਿਸਟ ਹੈ, ਦੂਸਰੇ ਕਹਿੰਦੇ ਨੇ ਉਹ ਪੂਰਾ ਰਾਸ਼ਟਰਵਾਦੀ ਹੈ, ਕੋਈ ਕਿਸ ਤਰ੍ਹਾਂ ਕੁਛ ਕਹਿੰਦਾ ਸੀਗਾ। ਅਤੇ ਮੇਰੇ ਕੋਲ ਜਦੋਂ ਇਹ ਸਵਾਲ ਆਉਂਦਾ ਸੀ ਤਾਂ ਮੈਂ ਕਹਿੰਦਾ ਸੀ ਵੀ ਦੇਖੋ ਭਾਈ ਗੱਲ ਇਹ ਹੈ ਕਿ ਭਗਤ ਸਿੰਘ ਨੂੰ ਭਗਤ ਸਿੰਘ ਦੇ ਥਰੂ ਜਾਣਾ। ਭਗਤ ਸਿੰਘ ਜੋ ਸੀਗਾ ਉਹ ਭਗਤ ਸਿੰਘ ਆਪ ਹੀ ਤੁਹਾਡੇ ਕੋਲ ਸਪਸ਼ਟ ਕਰ ਦੇਗਾ ਜੋ ਉਹਨੇ ਕੁਛ ਲਿਖ ਕੇ ਰੱਖਿਆ। ਤਾਂ ਜੋ ਉਹਨੇ ਜੇ ਤਾਂ ਉਹਨੇ ਕੁਛ ਲਿਖ ਕੇ ਨਾ ਰੱਖਿਆ ਹੁੰਦਾ ਫਿਰ ਤਾਂ ਉਹਦੀਆਂ ਵੱਖੋ ਵੱਖ ਵਿਆਖਿਆਵਾਂ ਹੋ ਸਕਦੀਆਂ ਸੀਗੀਆਂ। ਹੁਣ ਕਿਉਂਕਿ ਉਹਨੇ ਸੈਲਫ ਕਲੈਰਿਟੀ ਨਾਲ ਆਪਦੀਆਂ ਲਿਖਤਾਂ ਲਿਖੀਆਂ ਹੋਈਆਂ ਨੇ, ਬਹੁਤ ਕਲੀਅਰਲੀ ਲਿਖੀਆਂ ਹੋਈਆਂ, ਫਾਂਸੀ ਤੋਂ ਇੱਕ ਦਿਨ ਪਹਿਲਾਂ ਤੱਕ ਖਤ ਲਿਖਿਆ ਹੋਇਆ ਹੈ, ਤਾਂ ਉਹਦੇ 'ਚ ਕੋਈ ਭਗਤ ਸਿੰਘ ਦੀ ਸ਼ਖਸੀਅਤ ਬਾਰੇ ਕਿਸੇ ਕਿਸਮ ਦਾ ਭੁਲੇਖਾ ਪਾਇਆ ਨਹੀਂ ਜਾ ਸਕਦਾ। ਤੁਸੀਂ ਬੇਸ਼ੱਕ ਵਿਗਾੜ ਸਕਦੇ ਹੋ ਭਗਤ ਸਿੰਘ ਨੂੰ, ਲੇਕਿਨ ਉਹ ਤੁਹਾਡੀ ਆਪਣੀ ਜਹਾਲਤ ਨੂੰ ਸ਼ੋਅ ਕਰਦਾ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਭਗਤ ਸਿੰਘ ਨੂੰ ਜਾਣਨਾ ਹੈ ਤਾਂ ਭਗਤ ਸਿੰਘ ਦੀਆਂ ਲਿਖਤਾਂ ਤੋਂ, ਭਗਤ ਸਿੰਘ ਤੋਂ ਹੀ ਜਾਣਿਆ ਜਾਣਾ। ਬਿਲਕੁਲ, ਉਹਦੇ 'ਚ ਕਿਸੇ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਥਰੂ ਭਗਤ ਸਿੰਘ, ਨੋ ਮੀਡੀਏਸ਼ਨ। ਮੈਂ ਕਹਿਣਾ ਹੁੰਦਾ ਇਹ ਗੱਲ ਕਿ ਮੇਰੀ ਗੱਲ ਮੰਨਣ ਦੀ ਕੋਈ ਲੋੜ ਨਹੀਂ। ਮੈਨੂੰ ਤੁਸੀਂ ਖੱਬੇ ਪੱਖੀ ਮੰਨਦੇ ਹੋ, ਮੇਰੀ ਗੱਲ ਨਾ ਮੰਨੋ ਬਿਲਕੁਲ। ਇੱਕ ਦੂਸਰਾ ਬੰਦਾ ਸੱਜੇ ਪੱਖੀ ਹੈ, ਉਹਦੀ ਗੱਲ ਵੀ ਨਾ ਮੰਨੋ। ਤੁਸੀਂ ਸਿਰਫ ਭਗਤ ਸਿੰਘ ਨੂੰ ਆਪ ਕਨਫਰੰਟ ਕਰੋ, ਆਪ ਦੇਖੋ। ਉਸ ਤੋਂ ਬਾਅਦ ਜੇ ਤੁਹਾਨੂੰ ਉਹ ਮਨਜ਼ੂਰ ਹੈ ਤਾਂ ਮਨਜ਼ੂਰ ਕਰੋ, ਨਹੀਂ ਮਨਜ਼ੂਰ ਤਾਂ ਉਹਨੂੰ ਰੱਦ ਵੀ ਕਰ ਸਕਦੇ ਹੋ। ਇਹ ਨਹੀਂ ਕਿ ਭਗਤ ਸਿੰਘ ਤੁਹਾਡੇ 'ਤੇ ਕੋਈ ਜ਼ਬਰਦਸਤੀ ਤੁਹਾਡੇ ਗੱਲ 'ਤੇ ਬਿਠਾਇਆ ਜਾਊਗਾ। ਦੈਟਸ ਵੈਰੀ ਇੰਪੋਰਟੈਂਟ ਐਕਚੁਅਲੀ ਤੁਸੀਂ ਜਿਹੜੀ ਗੱਲ ਹੁਣ ਕੀਤੀ ਹੈ, ਸੱਚਮੁੱਚ ਬਹੁਤ ਸਾਰੇ ਜਿਹੜੇ ਦੋਸਤ ਨੇ ਸਾਡੇ ਇਸ ਗੱਲ ਨੂੰ ਹੁਣ ਅੱਗੇ ਆਪਣੇ, ਜਿਵੇਂ ਮੈਂ ਗੱਲ ਕੀਤੀ ਹੈ ਕਿ ਅਸੀਂ ਬੀਇੰਗ ਇਨ ਮੀਡੀਆ 'ਚ ਹੁੰਦੇ ਹੋਏ ਪ੍ਰੋਫੈਸਰ ਸਾਹਿਬ ਕਈ ਵਾਰੀ ਸਾਨੂੰ ਖੁਦ ਨੂੰ ਨਹੀਂ ਸਮਝ ਆਉਂਦੀ ਹੁੰਦੀ ਕਿ ਯਾਰ ਇੱਕ ਧਿਰ ਤਾਂ ਇੱਦਾਂ ਦੀਆਂ ਗੱਲਾਂ ਦਾ ਪ੍ਰਚਾਰ ਕਰ ਰਹੀ ਹੈ, ਦੂਸਰੀ ਧਿਰ ਜਿਹੜੀ ਕਹਿ ਰਹੀ ਹੈ। ਅਸੀਂ ਇੰਨੇ ਲੰਬੇ ਸਮੇਂ ਤੋਂ ਜਦੋਂ ਭਗਤ ਸਿੰਘ ਹੋਰਾਂ ਦੀ ਸ਼ਹਾਦਤ ਦੀ ਗੱਲ ਕਰਦੇ ਹੋਏ, ਉਹਨਾਂ ਦੀ ਕੁਰਬਾਨੀ ਦੀ, ਉਹਨਾਂ ਦੀ ਵਿਜ਼ਨ ਦੀ ਗੱਲ ਕਰਦੇ ਹੋਏ ਜਦੋਂ ਲੈ ਕੇ ਆਉਂਦੇ ਹਾਂ, ਦੇਖੋ ਮੈਨੂੰ ਆਪਣੇ ਤੌਰ 'ਤੇ ਪਰਸਨਲ ਤੌਰ 'ਤੇ ਕੋਈ ਡਾਊਟ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਮੇਰੀ ਜਿਹੜੀ ਵਿਚਾਰਧਾਰਾ ਹੈ ਉਹ ਕਿਸੇ ਨੂੰ ਚੰਗੀ ਲੱਗਣੀ ਕਿ ਨਹੀਂ ਲੱਗਣੀ, ਜਾਂ ਤੁਹਾਡੀ ਵਿਚਾਰਧਾਰਾ ਕਿਸੇ ਨੂੰ ਚੰਗੀ ਲੱਗਣੀ ਜਾਂ ਨਹੀਂ। ਅੰਮ੍ਰਿਤ ਢਿੱਲੋਂ ਸਾਹਿਬ ਕੀ ਕਹਿੰਦੇ ਨੇ, ਪਰ ਜਿਹੜਾ ਤੁਸੀਂ ਹੁਣ ਪੁਆਇੰਟ ਦਿੱਤਾ ਕਿ ਜੇ ਇਸ ਗੱਲ ਦੇ ਰੈਸ਼ਨਲ ਔਰ ਲੌਜੀਕਲ ਜਿਹੜੇ ਸਲਿਊਸ਼ਨਸ ਲੈਣੇ ਆ ਤਾਂ ਉਹ ਸਾਨੂੰ ਆਪ ਐਫਰਟ ਕਰਨੇ ਪੈਣੇ। ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਹਾਂ ਪੋਲੀਟੀਕਲੀ ਇਹਨੂੰ ਕੀ ਕਿਹਾ ਜਾਂਦਾ ਹੈ, ਖਾਲਿਸਤਾਨ ਵਾਲੇ ਕੀ ਕਹਿੰਦੇ ਨੇ, ਕਮਿਊਨਿਸਟ ਕੀ ਕਹਿੰਦੇ ਨੇ, ਕਾਂਗਰਸ ਕੀ ਕਹਿੰਦੀ ਹੈ, ਸ਼੍ਰੋਮਣੀ ਅਕਾਲੀ ਦਲ ਕੀ ਕਹਿੰਦਾ ਹੈ, ਜਾਂ ਸਿਮਰਨਜੀਤ ਸਿੰਘ ਮਾਨ ਕੀ ਕਹਿੰਦਾ। ਸਾਨੂੰ ਉਹਨਾਂ ਸਾਰਿਆਂ ਦੇ ਸਰਟੀਫਿਕੇਟਸ ਦੀ ਲੋੜ ਨਹੀਂ ਹੈ। ਸੋ ਹਾਂਜੀ ਪਲੀਜ਼ ਇਹਨੂੰ ਕੰਟੀਨਿਊਟੀ ਹੋਰ ਦਿਓ ਜਰਾ ਜੀ। ਅਤੇ ਇਹ ਗੱਲ ਜੇ ਤਾਂ ਇਹ ਠੀਕ ਹੈ
ਕਿ 74-75 ਤੱਕ ਭਗਤ ਸਿੰਘ ਦੀਆਂ ਲਿਖਤਾਂ ਇੱਕ ਕਿਸੇ ਜਿਲਦ ਦੇ ਵਿੱਚ ਮੈਗਜ਼ੀਨਾਂ 'ਚ ਛਪੀਆਂ ਮਿਲਦੀਆਂ ਸੀਗੀਆਂ, ਹਾਂਜੀ। ਲੇਕਿਨ ਕਿਸੇ ਜਿਲਦ 'ਚ ਨਹੀਂ ਮਿਲਦੀਆਂ। ਲੇਕਿਨ 1974 ਤੋਂ ਬਾਅਦ ਜਿਲਦ ਰੂਪ ਦੇ ਵਿੱਚ ਭਗਤ ਸਿੰਘ ਦੀਆਂ ਰਚਨਾਵਾਂ ਛਪਣੀਆਂ ਵੀ ਸ਼ੁਰੂ ਹੋਈਆਂ ਨੇ। ਪਹਿਲਾਂ ਪੰਜਾਬੀ 74 ਛਪੀਆਂ 28 ਲਿਖਤਾਂ, ਫਿਰ 1977 'ਚ ਵਰਿੰਦਰ ਸਿੰਧੂ ਹੋਰਾਂ ਨੇ ਪੱਤਰ ਔਰ ਦਸਤਾਵੇਜ਼ ਕਰਕੇ 28 ਲਿਖਤਾਂ ਛਾਪੀਆਂ। ਫਿਰ ਜਗਮੋਹਨ ਸਿੰਘ ਹੋਰਾਂ ਨੇ ਭਗਤ ਸਿੰਘ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਛਾਪੀਆਂ। ਉਸ ਤੋਂ ਬਾਅਦ ਮੈਂ ਵੀ ਆਪਣਾ ਉਹਦੇ 'ਚ ਥੋੜ੍ਹਾ ਜਿਹਾ ਹਿੱਸਾ ਪਾਇਆ, ਤੇ ਉਹਦੇ ਨਾਲ ਹੁਣ ਐਸ ਪ੍ਰੈਟ ਪ੍ਰੈਜ਼ੈਂਟ 28-29 ਲਿਖਤਾਂ ਤੋਂ ਸ਼ੁਰੂ ਕਰਕੇ ਅਥੈਂਟਿਕ ਪ੍ਰਮਾਣਿਤ, ਬਿਲਕੁਲ ਇਹ ਨਹੀਂ ਕਿ ਕੋਈ ਇੱਦਾਂ ਜਿਹੜੀਆਂ ਜਿਹਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ, 133 ਜਾਂ 130 ਤੋਂ ਵੱਧ ਲਿਖਤਾਂ ਇਸ ਵੇਲੇ ਔਨ ਰਿਕਾਰਡ ਅਥੈਂਟਿਕ ਭਗਤ ਸਿੰਘ ਦੀਆਂ ਅਵੇਲੇਬਲ ਨੇ। ਅੱਛਾ, ਭਗਤ ਸਿੰਘ ਹੋਰਾਂ ਬਾਰੇ ਜ਼ਿਆਦਾ ਲਿਖਿਆ ਕਿੱਥੇ ਗਿਆ ਜੀ? ਕਿਹੜੇ ਕੀ ਉਹ ਸਿਰਫ ਪੰਜਾਬ 'ਚ ਲਿਖਿਆ ਗਿਆ, ਪੰਜਾਬੀਆਂ ਵੱਲੋਂ ਲਿਖਿਆ ਗਿਆ, ਜਾਂ ਥੋੜੇ ਸੋਰਸਿਸ ਦੱਸਣੇ ਚਾਹੋ? ਦੇਖੋ, ਭਗਤ ਸਿੰਘ ਬਾਰੇ ਲਿਖਿਆ ਤਾਂ ਬੇਅੰਤ ਗਿਆ। ਭਗਤ ਸਿੰਘ ਬਾਰੇ ਪਾਪੂਲਰ ਹੀਰੋ, ਉਹਦਾ ਪਾਪੂਲਰ ਹੀਰੋ ਬਣਨ ਦਾ ਕਾਰਨ ਵੀ ਇੱਕ ਇਹ ਹੈ ਕਿ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਉਹਦਾ ਅਸਰ ਪਿਆ ਹੋਇਆ ਸੀਗਾ। ਠੀਕ ਹੈ। ਮਤਲਬ ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਜਿਹੜੀ ਮੈਂ ਲਾਸਟ ਕਿਤਾਬ ਆਪਣੀ ਐਡਿਟ ਕੀਤੀ ਹੈ, ਦ ਭਗਤ ਸਿੰਘ ਰੀਡਰ ਅੰਗਰੇਜ਼ੀ 'ਚ, ਉਹਦੇ 'ਚ ਉਸ ਵੇਲੇ ਮੈਂ 18 ਜ਼ਬਾਨਾਂ ਦੀਆਂ 550 ਕਿਤਾਬਾਂ ਨੂੰ ਲਿਸਟ ਕੀਤਾ ਸੀਗਾ। ਅੱਜ ਉਸ ਸਾਰੀਆਂ ਭਗਤ ਸਿੰਘ ਹੋਰਾਂ ਬਾਰੇ, ਭਗਤ ਸਿੰਘ ਹੋਰਾਂ ਬਾਰੇ। ਅੱਛਾ ਜੀ। ਤੇ ਹੁਣ ਤੱਕ ਭਗਤ ਸਿੰਘ ਹੋਰਾਂ ਬਾਰੇ ਮੈਂ ਸਮਝਦਾ ਕਿ ਘੱਟੋ ਘੱਟ 600 ਤੋਂ ਵੱਧ ਕਿਤਾਬਾਂ ਜ਼ਰੂਰ, ਕਿਉਂਕਿ 4 ਸਾਲ ਪੁਰਾਣੀ ਕਿਤਾਬ ਆ ਉਹ, ਤੇ ਉਹਦੇ ਦੌਰਾਨ 50-60 ਕਿਤਾਬਾਂ ਹੋਰ ਛਪੀਆਂ ਨੇ। 603 ਹੋ ਗਈਆਂ, 603 ਹੋ ਗਈਆਂ, 603 603 ਹਾਂਜੀ, ਮਤਲਬ 600 ਕ੍ਰਾਸ ਕਰ ਚੁੱਕੀਆਂ। ਹਾਂਜੀ। ਤੇ ਵਿਦੇਸ਼ੀ ਜ਼ਬਾਨਾਂ ਦੇ ਵਿੱਚ ਵੀ, ਫ੍ਰੈਂਚ ਜ਼ਬਾਨ ਦੇ ਵਿੱਚ ਵੀ ਉਹਨਾਂ ਦਾ ਵਾਈਐਮਐਨ ਐਥੀਸਟ ਜਿਹੜਾ ਹੈਗਾ ਬਹੁਤ ਵਧੀਆ ਖੂਬਸੂਰਤ ਤਰੀਕੇ ਨਾਲ ਛਾਪਿਆ ਹੋਇਆ। 5-7 ਸਾਲ ਹੋ ਗਏ ਉਸਨੂੰ ਛਪੇ ਨੂੰ, 2016 'ਚ। ਜਰਮਨ 'ਚ ਵੀ ਉਹਦੇ 'ਤੇ ਕੋਈ ਡਾਕੂਮੈਂਟਰੀ ਜਾਂ ਕੁਛ ਇਸ ਕਿਸਮ ਦੀ ਚੀਜ਼ਾਂ ਹੈਗੀਆਂ ਨੇ। ਤੇ ਹਿੰਦੁਸਤਾਨ ਦੀਆਂ ਤਾਂ 18 ਜ਼ਬਾਨਾਂ 'ਚ, ਮਤਲਬ ਜਿਹਦੇ 'ਚ ਐਂ ਕਹ ਲਓ ਵੀ ਜਿਹੜੀਆਂ ਕੌਨਸਟੀਟਿਊਸ਼ਨ ਦੇ ਵਿੱਚ ਵੀ 14 ਜ਼ਬਾਨਾਂ ਨੇ, ਲੇਕਿਨ 14 ਪਾਪੂਲਰ ਜ਼ਬਾਨਾਂ ਤਾਂ ਬਹੁਤ ਜ਼ਿਆਦਾ ਨੇ। ਤੇ ਉਹ 18 ਜ਼ਬਾਨਾਂ ਵਿੱਚ ਉਹਦੇ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਭਗਤ ਸਿੰਘ ਦੀ ਕਿਸੇ ਲਿਖਤ ਦਾ ਅਨੁਵਾਦ ਹੈ ਜਾਂ ਉਹਨਾਂ ਬਾਰੇ ਲਿਖੀ ਹੋਈ ਕਿਸੇ ਦੀ ਜੀਵਨੀ ਹੈ, ਤਾਂ ਇਸ ਤਰ੍ਹਾਂ ਇੰਨੀਆਂ ਕਿਤਾਬਾਂ ਹੁਣ ਤੱਕ ਛਪ ਚੁੱਕੀਆਂ ਨੇ ਜੀ। ਤੇ ਜਿਹੜੀ ਖਾਸ ਤੌਰ 'ਤੇ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੇ, ਉਹਨਾਂ ਦੀਆਂ ਆਪਣੀਆਂ ਲਿਖਤਾਂ ਇਸ ਵੇਲੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੀਆਂ ਜ਼ਬਾਨਾਂ 'ਚ ਪੂਰੇ ਦੀਆਂ ਪੂਰੀਆਂ ਮਿਲਦੀਆਂ। ਅੰਗਰੇਜ਼ੀ 'ਚ ਮਿਲਦੀਆਂ ਪੂਰੀ ਦੀਆਂ ਪੂਰੀਆਂ ਲਿਖਤਾਂ, ਹਿੰਦੀ 'ਚ ਮਿਲਦੀਆਂ ਪੂਰੀ ਦੀਆਂ ਪੂਰੀਆਂ ਲਿਖਤਾਂ, ਉਹ ਤਾਂ ਗਵਰਨਮੈਂਟ ਆਫ ਇੰਡੀਆ ਨੇ ਹੀ 4 ਵੋਲੀਅਮ ਦੇ ਵਿੱਚ ਛਾਪੀਆਂ ਹੋਈਆਂ ਨੇ। ਔਰ ਪੰਜਾਬੀ ਦੇ ਵਿੱਚ ਪੂਰਾ ਇੱਕ ਜਿਲਦ ਦੇ ਵਿੱਚ ਨਹੀਂ ਹੈਗਾ, ਲੇਕਿਨ ਫਿਰ ਵੀ ਪੂਰੀਆਂ ਮਿਲ ਜਾਂਦੀਆਂ ਨੇ। ਮਰਾਠੀ ਦੇ ਵਿੱਚ ਪੂਰੀ ਦੀਆਂ ਪੂਰੀਆਂ ਮਿਲਦੀਆਂ ਨੇ ਰਚਨਾਵਾਂ, ਔਰ ਉਰਦੂ ਦੇ ਵਿੱਚ ਪੂਰੀ ਦੀਆਂ ਪੂਰੀਆਂ ਮਿਲਦੀਆਂ। 6-7 ਜ਼ਬਾਨਾਂ ਦੇ ਵਿੱਚ, ਬਾਕੀ ਜ਼ਬਾਨਾਂ ਦੇ ਵਿੱਚ ਕਹਿ ਲਓ ਵੀ ਅੱਧੀਆਂ ਲਿਖਤਾਂ, ਕੁਛ ਹਿੱਸਾ ਲਿਖਤਾਂ ਦਾ, ਇੱਕ ਤੀਜਾ ਤੇਲਗੂ, ਮਲਿਆਲਮ, ਹਰ ਜ਼ਬਾਨ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਛਪੀਆਂ ਮਿਲਦੀਆਂ ਨੇ, ਵਿਚ ਮੀਨਸ ਕਿ ਐਨੀ ਰੀਡਰ ਇਨ ਐਨੀ ਲੈਂਗੁਏਜ, ਵਿਦਾਊਟ ਗੈਟਿੰਗ ਇਨਟੂ ਕਿ ਮੈਂ ਉਹਦੀ ਗੱਲ ਮੰਨਾਂ ਜਾਂ ਉਹਦੀ ਗੱਲ ਮੰਨਾਂ, they can directly read Bhagat Singh and decide कि whether he appeals to your reason or hurt or not. If he appeals, fine. You can be critical also. ਇਹ ਨਹੀਂ ਕਿ ਭਗਤ ਸਿੰਘ ਨੂੰ ਤੁਸੀਂ ਪੂਜਾ ਬੁੱਤ ਬਣਾ ਕੇ ਪੂਜਣਾ। ਤੁਸੀਂ ਕਹਿ ਸਕਦੇ ਹੋ ਕਿ ਭਗਤ ਸਿੰਘ ਦੀ ਆਹ ਗੱਲ ਨਹੀਂ ਮੈਨੂੰ ਪਸੰਦ ਹੈਗੀ, ਭਗਤ ਸਿੰਘ ਦੀ ਆਹ ਗੱਲ ਮੈਂ ਨਹੀਂ ਉਹਦੇ ਨਾਲ ਸਹਿਮਤ ਹੈਗਾ। You are have every right. ਭਗਤ ਸਿੰਘ ਖੁਦ ਇਸ ਗੱਲ ਨੂੰ ਵੈਲਕਮ ਕਰਦਾ ਕਿ ਕੋਈ ਮੈਨੂੰ ਕਹੇ ਕਿ ਤੂੰ ਗਲਤ ਹੈ ਤੇ ਮੈਂ ਉਹਦੇ ਨਾਲ ਤਰਕ ਕਰਾਂ। ਠੀਕ ਹੈ। ਉਹ ਇਸ ਕਰਕੇ ਉਹ ਬੇਸਿਕ ਚੀਜ਼ ਇਹ ਹੈ ਕਿ ਭਗਤ ਸਿੰਘ ਨੇ ਇਹ ਵੀ ਜਿਹੜੀ ਟ੍ਰੈਡੀਸ਼ਨ ਹੈ ਨਾ ਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਂਝ ਤੇ ਤੇਜ਼ ਹੁੰਦੀ ਹੈ। ਜਿਹੜੀ ਵਿਚਾਰ ਹੈ, ਜਿਹੜੀ ਇਹ ਮੂਲ ਹੈ ਤੇ ਰੀਜ਼ਨ ਹੈ, ਇਹ ਸਭ ਤੋਂ ਵੱਧ ਜ਼ਰੂਰੀ ਹੈ। ਉਸ ਨਾਲ ਤੁਸੀਂ ਭਗਤ ਸਿੰਘ ਨੂੰ ਕ੍ਰਿਟੀਕਲੀ, ਭਗਤ ਸਿੰਘ ਖੁਦ ਕਹਿੰਦਾ ਵੀ ਮਹਾਤਮਾ ਗਾਂਧੀ ਨੂੰ ਤੁਸੀਂ ਐਂ ਕੋਈ ਸਮਝਦੇ ਵੀ ਦੇਵਤਾ, ਤੇ ਉਸ ਕਰਕੇ ਤੁਸੀਂ ਕੁਝ ਕਹਿ ਨਹੀਂ ਸਕਦੇ, ਆਲੋਚਨਾ ਨਹੀਂ ਕਰ ਸਕਦੇ। ਅੱਜ ਕੱਲ੍ਹ ਜਿਵੇਂ ਇੱਕ ਟ੍ਰੈਂਡ ਬਣਿਆ ਹੋਇਆ ਹੈ ਕਿ ਜਿਹੜਾ ਬੰਦਾ ਕੋਈ ਤਾਕਤ 'ਚ ਹੈ ਤੇ ਉਹਦੀ ਤੁਸੀਂ ਜ਼ਰਾ ਵੀ ਆਲੋਚਨਾ ਬਰਦਾਸ਼ਤ ਨਹੀਂ ਕਰਦੇ, ਤੇ ਜਦੋਂ ਜ਼ਰਾ ਵੀ ਆਲੋਚਨਾ ਕਰੋ ਤੇ ਤੁਸੀਂ ਸ਼ਿਕਾਰ ਹੋ ਸਕਦੇ ਹੋ। ਇਸ ਕਰਕੇ ਭਗਤ ਸਿੰਘ ਦੀ ਅੱਜ ਦੇ ਪ੍ਰਸੰਗ 'ਚ ਸਭ ਤੋਂ ਵੱਧ ਲੋੜ ਹੈ ਕ੍ਰਿਟੀਕਲ ਆਊਟਲੁੱਕ ਦੀ, ਆਲੋਚਨਾਤਮਕ ਰਵੱਈਏ ਦੀ, ਹਰ ਚੀਜ਼ ਨੂੰ ਰੀਜ਼ਨ ਦੀ ਕਸੌਟੀ ਤੇ ਤੋਲਣ ਦੀ, ਰੀਜ਼ਨ ਦੀ ਕਸੌਟੀ ਤੇ ਤੋਲ ਕੇ ਰਿਜੈਕਟ ਔਰ ਐਕਸੈਪਟ। ਰਾਈਟ। ਸੋ ਦੋਸਤੋ, ਸਰਟ ਯੂਰ ਓਨ ਪਰਸਨੈਲਿਟੀ। ਤੁਹਾਨੂੰ ਇਹ ਮਿਲਣਾ ਚਾਹੀਦਾ ਕਿ ਤੁਸੀਂ ਖੁਦ ਜਿਹੜੇ ਬੰਦੇ ਹੋ, ਤੁਸੀਂ ਵੀ ਬੰਦੇ ਇੱਕ ਪੂਰੀ ਸ਼ਖਸੀਅਤ ਹੋ, ਔਰ ਸ਼ਖਸੀਅਤ ਹੋ, ਔਰ ਤੁਸੀਂ ਆਪਣੀ ਸ਼ਖਸੀਅਤ ਨੂੰ ਜ਼ਾਹਰ ਕਰੋ। ਭਗਤ ਸਿੰਘ ਤੁਹਾਨੂੰ ਸ਼ਖਸੀਅਤ ਬਣਨ 'ਚ ਮਦਦ ਕਰਦਾ। ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹੈ, ਐਵੇਂ ਗਾਣੇ ਗੁਣੇ ਇੱਥੇ ਗਾਉਂਦੀ ਫਿਰਦੀ ਹੈ, ਕੁਝ ਡਾਂਸ ਕਰਦੀ ਫਿਰਦੀ ਹੈ, ਕੁਝ ਡਰਗ ਲੈਂਦੀ ਫਿਰਦੀ ਹੈ, ਉਹ ਆਪਦੀ ਸ਼ਖਸੀਅਤ ਉਹਨਾਂ ਨੇ ਬਿਲਕੁਲ ਖੂਜ ਸਿੱਟ ਰੱਖੀ।
They have no personality of their own. ਹਾਂਜੀ So if they want to acquire a personality of their own, Bhagat Singh will help you. Bhagat Singh will guide you. So that is the kind of thing. ਰਾਈਟ ਸੋ ਦੋਸਤੋ ਪ੍ਰੋਫੈਸਰ ਚਮਨ ਲਾਲ ਜੀ ਹੋਰਾਂ ਨਾਲ ਸਾਡੀ ਇਹ ਖਾਸ ਗੱਲਬਾਤ ਚੱਲ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਇਹੋ ਜਿਹੇ ਸਵਾਲ ਨੇ ਜਿਹੜੇ ਅਜੇ ਵੀ ਮੇਰੇ ਵੀ ਮਨ 'ਚ ਰਹਿ ਜਾਣੇ ਆ ਕਿਉਂਕਿ ਸਮੇਂ ਨੂੰ ਸੀਮਤ ਸਮਝਦੇ ਹੋਏ ਸਾਨੂੰ ਇਹ ਗੱਲ ਨੂੰ ਸਮਾਪਤ ਕਰਨਾ ਪੈਣਾ ਬਿਫੋਰ ਕਿ ਚਮਨ ਲਾਲ ਜੀ ਤੁਹਾਡੇ ਤੋਂ ਇਜਾਜ਼ਤ ਲਵਾਂ ਇੱਕ ਹੋਰ ਬਹੁਤ ਇੰਪੋਰਟੈਂਟ ਸਵਾਲ ਹੈ ਜਿਹੜਾ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀਗਾ ਜੀ ਜਦੋਂ ਅਸੀਂ ਭਗਤ ਸਿੰਘ ਹੋਰਾਂ ਦੀ ਪਰਸਨੈਲਿਟੀ ਦੀ ਗੱਲ ਕਰਦੇ ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਆਪਣੇ ਆਪ ਹੀ ਬੋਲ ਕੇ ਦੱਸ ਰਹੇ ਨੇ ਪਰ ਇੱਕ ਸਵਾਲ ਕਈ ਵਾਰ ਅਸੀਂ ਸੁਣਦੇ ਹਾਂ ਬਹੁਤ ਲੋਕਾਂ ਵੱਲੋਂ ਛੇੜਿਆ ਜਾਂਦਾ ਕਿ ਭਗਤ ਸਿੰਘ ਹੋਰਾਂ ਨੂੰ ਕੀ ਤੁਸੀਂ ਮੰਨਦੇ ਹੋ ਕਿ ਕਿਸੇ ਹੋਰ ਡਿਊ ਕ੍ਰੈਡਿਟਸ ਦੀ ਲੋੜ ਸੀ ਜਾਂ ਹੈ ਜਾਂ ਹੋਏਗੀ ਆਉਣ ਵਾਲੇ ਟਾਈਮ ਲਈ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਜਾਂ ਮਿਲਿਆ ਨਹੀਂ ਹੈ ਜਾਂ ਮਿਲ ਗਿਆ ਕੀ ਸੋਚਦੇ ਹੋ ਡਿਊ ਕ੍ਰੈਡਿਟ ਕਿਤੇ ਹੈ ਕਸਰ ਪਹਿਲਾ ਇੱਕ ਤੁਸੀਂ ਸਵਾਲ ਕੀਤਾ ਸੀ ਉਹੀ ਸਵਾਲ ਹੈ ਇਹ ਲਗਭਗ ਕਿ ਭਗਤ ਸਿੰਘ ਨੂੰ ਕਿਸੇ ਸਰਕਾਰ ਨੇ ਹਾਲੇ ਤੱਕ ਮਾਨਤਾ ਨਹੀਂ ਦਿੱਤੀ ਇਹ ਬਹੁਤ ਫਜ਼ੂਲ ਗੱਲ ਹੈ ਠੀਕ ਹੈ ਕਿਉਂਕਿ 2007 ਦੇ ਵਿੱਚ ਜਦੋਂ ਹਿੰਦੁਸਤਾਨ ਦੀ ਹੋਈ ਸਰਕਾਰ ਨੇ ਮੈਂ ਉਸ ਸਰਕਾਰ ਦਾ ਕੋਈ ਪ੍ਰਸ਼ੰਸਕ ਨਹੀਂ ਤੇ ਉਸ ਵੇਲੇ ਦੀ ਸਰਕਾਰ ਦਾ ਵੀ ਕੋਈ ਪ੍ਰਸ਼ੰਸਕ ਨਹੀਂ ਅੱਜ ਦੀ ਸਰਕਾਰ ਦਾ ਕੋਈ ਪ੍ਰਸ਼ੰਸਕ ਨਹੀਂ ਲੇਕਿਨ ਉਸ ਸਰਕਾਰ ਨੇ 2007 ਜਨਮ ਸ਼ਤਾਬਦੀ ਵੇਲੇ ਪ੍ਰਾਈਮ ਮਿਨਿਸਟਰ ਦੀ ਅਗਵਾਈ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਦੀ ਮਿਲਾ ਕੇ ਇੱਕ ਬੜੀ ਵੱਡੀ ਕਮੇਟੀ ਬਣਾਈ ਸੀ ਉਹਨੂੰ ਸੈਂਟੀਨਰੀ ਉਹ 5 ਉਹਦੇ 'ਚ ਉਹਨੇ ਚੁਣੀਆਂ ਸੀ ਸ਼ਤਾਬਦੀਆਂ ਜਾਂ ਐਨੀਵਰਸਰੀਜ਼ ਜਿਨ੍ਹਾਂ ਨੂੰ ਉਸ ਸਾਲ ਮਨਾਉਣਾ ਸੀਗਾ 2007 ਦੇ ਵਿੱਚ ਹਾਂਜੀ ਉਹਦੇ 'ਚ ਭਗਤ ਸਿੰਘ ਬਾਰੇ ਮਤਲਬ ਇਕੱਲੇ ਨੂੰ ਇੰਨੀ ਮਹੱਤਤਾ ਦਿੱਤੀ ਗਈ ਕਿ ਭਗਤ ਸਿੰਘ ਦੀ ਸ਼ਹਾਦਤ ਦਾ 75ਵਾਂ ਸਾਲ ਸੀ 2006 ਉਹਨੂੰ ਉਹਦੇ ਸ਼ਾਮਿਲ ਕੀਤਾ ਗਿਆ ਅਤੇ ਭਗਤ ਸਿੰਘ ਦੀ ਜਨਮ ਸ਼ਤਾਬਦੀ 100ਵੀਂ ਜਿਹੜੀ ਸੀ 2007 ਨੂੰ ਉਹਨੂੰ ਸ਼ਾਮਿਲ ਕੀਤਾ ਗਿਆ ਉਹਦੇ ਨਾਲ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਨੂੰ ਸ਼ਾਮਿਲ ਕੀਤਾ ਗਿਆ 47 ਤੋਂ 2007 60 ਵਰ੍ਹੇ ਹੋ ਗਏ ਸੀਗੇ ਉਹਦੇ ਨਾਲ 1857 ਦੀ ਪਹਿਲੀ ਜਿਹੜੇ ਸੰਗਰਾਮ ਦੇ 150 ਸਾਲ ਹੋ ਗਏ ਸੀ ਉਹਨੂੰ ਸ਼ਾਮਿਲ ਕੀਤਾ ਗਿਆ ਸੀਗਾ ਅਤੇ ਲੋਕਮਾਨਯ ਤਿਲਕ ਦੇ ਵੀ ਜਨਮ ਨੂੰ ਜਾਂ ਕੋਈ ਉਹਨਾਂ ਦੇ ਉਹਦੇ ਨਾਲ ਜੁੜੀ ਹੋਈ ਅਤੇ ਜੇ ਤੁਸੀਂ ਉਸ ਵੇਲੇ ਭਾਰਤ ਸਰਕਾਰ ਨੇ ਇੱਕ 5 ਰੁਪਏ ਦਾ ਸਿੱਕਾ ਜਾਰੀ ਕੀਤਾ ਇੱਕ 100 ਰੁਪਏ ਦਾ ਸਿੱਕਾ ਜਾਰੀ ਕੀਤਾ ਅਤੇ ਇਹ ਜਿਹੜੇ ਲੋਕ ਗੱਲਾਂ ਕਰਦੇ ਨੇ ਕੁਛ ਭਾਰਤ ਰਤਨ ਦੀਆਂ ਗੱਲਾਂ ਕਰਦੇ ਨੇ ਅਤੇ ਭਾਰਤ ਰਤਨ ਵਰਗੇ ਰੁਤਬਿਆਂ ਤੋਂ ਤਾਂ ਭਗਤ ਸਿੰਘ ਦਾ ਕੱਦ ਕਿਤੇ ਵੱਧ ਉੱਚਾ ਸੀਗਾ ਅਤੇ ਭਾਰਤ ਰਤਨ ਨਾ ਤਾਂ ਗਾਂਧੀ ਨੂੰ ਲਿਆ ਉਹਦੇ ਬਾਰੇ ਤਾਂ ਮੰਗ ਵੀ ਨਹੀਂ ਉੱਠਦੀ ਕਿ ਗਾਂਧੀ ਨੂੰ ਭਾਰਤ ਰਤਨ ਦਿਓ ਅਤੇ ਇੱਥੇ ਭਗਤ ਸਿੰਘ ਬਾਰੇ ਮੰਗ ਉੱਠਦੀ ਰਹਿੰਦੀ ਹੈ ਉਹ ਵੀ ਮੂਰਖਤਾ 'ਚ ਉੱਠਦੀ ਹੈ ਕਿ ਭਗਤ ਸਿੰਘ ਤੇ ਤੁਸੀਂ ਕਹਿ ਰਹੇ ਹੋ ਅਸੀਂ ਛੋਟਾ ਕਰ ਰਹੇ ਹਾਂ ਇਹ ਗੱਲਾਂ ਕਰਕੇ ਉਹਨਾਂ ਦਾ ਛੋਟਾ ਕੱਦ ਕਰਨ ਲਈ ਇਸ ਕਰਕੇ ਜਿਹੜੇ ਨੋਟਾਂ 'ਤੇ ਲਾਉਣ ਦੀ ਗੱਲ ਹੈ ਅਤੇ ਇਹ ਵੀ ਸਾਰੀਆਂ ਹੀ ਹੈਜ਼ ਏ ਮੱਚ ਹਾਇਰ ਪਰਸਨੈਲਿਟੀ ਦੈਨ ਆਲ ਦੀ ਔਰ ਦੂਸਰੀ ਗੱਲ ਹੈ ਕਿ ਉਹ ਲੋਕਾਂ ਦੇ ਮਨਾਂ ਦਾ ਪਿਆਰਾ ਸਰਕਾਰਾਂ ਦੇ ਜਿਹੜੇ ਕ੍ਰੈਡਿਟ ਨੇ ਨਾ ਉਹਦੇ ਨਾਲ ਲੋਕ ਮਨਾਂ 'ਚ ਕੋਈ ਪਿਆਰਾ ਨਹੀਂ ਹੋ ਜਾਂਦਾ ਲੋਕ ਮਨਾਂ ਜਿਹੜਾ ਪਿਆਰਾ ਰਹਿ ਸਕਦਾ ਸਸਟੇਨ ਕਰ ਸਕਦਾ ਅਤੇ ਉਹਨੂੰ ਸਰਕਾਰਾਂ ਦੇ ਕਿਸੇ ਰੁਤਬੇ ਦੀ ਲੋੜ ਨਹੀਂ ਹੁੰਦੀ ਤਾਂ ਇਹ ਗੱਲ ਸਮਝਣੀ ਚਾਹੀਦੀ ਜਿਹੜੇ ਭਗਤ ਸਿੰਘ ਦੇ ਪ੍ਰਸ਼ੰਸਕ ਨੇ ਦਿਲੋਂ ਪ੍ਰਸ਼ੰਸਕ ਨੇ ਕਈ ਵਾਰੀ ਸੱਚੀ ਭਾਵਨਾ ਨਾਲ ਵੀ ਕਹਿੰਦੇ ਨੇ ਕਿ ਉਹਨੂੰ ਇਹ ਦਰਜਾ ਕਿਉਂ ਨਹੀਂ ਮਿਲਿਆ ਮਿਲਣਾ ਚਾਹੀਦਾ ਭਾਈ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਇਹ ਕਰਨ ਨਾਲ ਕਿ ਭਗਤ ਸਿੰਘ ਇੱਕ ਸ਼ਹੀਦ ਸੀਗਾ ਇਹਦੇ ਨਾਲ ਭਗਤ ਸਿੰਘ ਦਾ ਨਾ ਕੋਈ ਰੁਤਬਾ ਵੱਧਦਾ ਨਾ ਉਹਦਾ ਕੁਛ ਹੁੰਦਾ ਅਤੇ ਜੇ ਸਰਕਾਰਾਂ ਇਸ ਤਰੀਕੇ ਨਾਲ ਜਦੋਂ ਕਰਦੀਆਂ ਨੇ ਤਾਂ ਇਹ ਕੀ ਹੈ ਜੇ ਉਹਦੀ ਰੈਕਗਨੀਸ਼ਨ ਨਹੀਂ ਹੈ ਤਾਂ ਹੋਰ ਕੀ ਹੈ ਜੇ ਤੁਸੀਂ ਪ੍ਰਾਈਮ ਮਿਨਿਸਟਰ ਦੀ ਅਗਵਾਈ 'ਚ ਇੱਕ ਐਡੀ ਵੱਡੀ ਕਮੇਟੀ ਬਣਾਉਂਦੇ ਹੋ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਕਰਦੇ ਹੋ ਅਤੇ ਉਹਦੇ ਪ੍ਰੋਗਰਾਮ ਤੈਅ ਕਰਦੇ ਹੋ ਕਰੋੜਾਂ ਰੁਪਏ ਉੱਤੇ ਖਰਚ ਕਰਦੇ ਹੋ ਹਾਲਾਂਕਿ ਕਰੋੜਾਂ ਰੁਪਏ ਬਰਬਾਦ ਕੀਤੇ ਜਾਂਦੇ ਨੇ ਜਿਹੜੇ ਅਫਸਰ ਉਸ ਪ੍ਰੋਗਰਾਮ ਨੂੰ ਕਰਦੇ ਨੇ ਜਦੋਂ 2007 ਜਨਮ ਸ਼ਤਾਬਦੀ ਬਣਾਈ ਗਈ ਹੈ ਉਦੋਂ ਪੂਰਾ ਸਕੈਂਡਲ ਬਣ ਗਿਆ ਸੀ ਕਿ 4 ਕਰੋੜ ਰੁਪਇਆ ਇਸ ਤਰ੍ਹਾਂ ਬਰਬਾਦ ਕਰਤਾ ਉੱਥੇ ਗਾਣੇ ਵਜਾਣੇ 'ਤੇ ਧਾਂਦਲੀਆਂ ਦਾ ਇੱਕ ਸੋਰਸ ਬਣ ਜਾਂਦਾ ਹਾਂ ਅਤੇ ਇਹ ਜਿਹੜੀ ਚੀਜ਼ ਹੈ ਇਹ ਇਸ ਗੱਲ ਨੂੰ ਬਿਨਾਂ ਦੁੱਖ ਦੇਖੇ ਸਮਝੇ ਲੋਕ ਕਹੀ ਜਾਂਦੇ ਨੇ ਉਹਨੂੰ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹਨੂੰ ਫਲਾਣਾ ਨਹੀਂ ਕੀਤਾ ਕੌਮੀ ਸ਼ਹੀਦ ਦਾ ਦਰਜਾ ਹੁੰਦਾ ਕੀ ਹੈ ਉਹਦੀ ਕੀ ਸਾਨੂੰ ਦੱਸਦਾ ਦੇ ਉਹਦਾ ਰੂਪ ਕੀ ਹੈ ਕੀ ਗਜ਼ਟ ਨੋਟੀਫਿਕੇਸ਼ਨ ਉਹਦਾ ਰੂਪ ਹੈ ਕੀ ਰੂਪ ਹੈ ਕਿਸ ਰੂਪ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਉਹਨੂੰ ਕੌਮੀ ਸ਼ਹੀਦ ਡਿਕਲੇਅਰ ਕਰੋ ਮਤਲਬ ਇਹ ਜਿਹੜੀ ਇਹ ਚੀਜ਼ਾਂ ਨੇ ਇਹ ਸਾਡੀ ਆਪਣੀ ਅਨਪੜ੍ਹਤਾ ਅਤੇ ਜਹਾਲਤ ਨੂੰ ਸ਼ੋਅ ਕਰਦੀਆਂ ਨੇ ਚਾਹੇ ਅਸੀਂ ਚੰਗੀ ਭਾਵਨਾ ਨਾਲ ਕਰੀਏ ਪਰ ਹੈ ਸਾਡੀ ਜਹਾਲਤ ਹੈ ਜੀ ਅੱਛਾ ਜਾਂਦੇ ਜਾਂਦੇ ਅਖੀਰ ਦੇ ਵਿੱਚ ਤੁਸੀਂ ਜਿਹੜੇ ਨੌਜਵਾਨ ਨੇ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਲਈ ਕੀ ਸੋਚਦੇ ਹੋ ਕਿ ਕੀ ਬੈਸਟ ਤਰੀਕਾ ਹੈ ਕਿ ਭਗਤ ਸਿੰਘ ਨੂੰ ਜਾਣਨ ਦੇ ਲਈ ਉਹਨਾਂ ਦੇ ਬਾਰੇ 'ਚ ਗੱਲ ਕਰਨ ਲਈ ਕਿਉਂਕਿ ਅਸੀਂ ਕਈ ਤਰ੍ਹਾਂ ਦੀਆਂ ਜਿਹੜੇ ਤਰੋੜ ਮਰੋੜ ਕੇ ਫਿਲਮਾਂ ਦੇ ਜ਼ਰੀਏ ਗੀਤਾਂ ਦੇ ਜ਼ਰੀਏ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਗੱਲਾਂ ਸੁਣਦੇ ਹਾਂ ਤਾਂ ਸਾਡੇ ਮਨਾਂ ਦੇ ਵਿੱਚ ਦੁਵਿਧਾ ਜਿਹੜੀ ਕ੍ਰੀਏਟ ਹੋਈ ਹੁੰਦੀ ਹੈ ਉਹਨੂੰ ਕਲੈਰਿਟੀ ਦੇ ਲਈ ਤੁਸੀਂ ਸਿਰਫ ਔਰ ਸਿਰਫ ਸੋਚਦੇ ਹੋ ਕਿ ਭਗਤ ਸਿੰਘ ਹੋਰਾਂ ਦੀਆਂ ਜਿਹੜੀਆਂ ਆਪਣੀਆਂ ਲਿਖਤਾਂ ਨੇ ਉਹਨਾਂ ਨੂੰ ਆਧਾਰ ਬਣਾਇਆ ਜਾਵੇ ਜਾਂ ਕੋਈ ਹੋਰ ਸੋਰਸ ਵੀ ਜਿਹੜਾ ਬੈਸਟ ਇਹ ਗੱਲ ਠੀਕ ਹੈ
ਕਿ ਬਹੁਤ ਵਾਰੀ ਜਿਹੜੇ ਪਾਠਕ ਨੇ ਉਹਨਾਂ ਨੂੰ ਸਿੱਧੀਆਂ ਭਗਤ ਸਿੰਘ ਦੀਆਂ ਲਿਖਤਾਂ ਕੁਛ ਉਹਨਾਂ 'ਚੋਂ ਮੁਸ਼ਕਿਲ ਵੀ ਕਈ ਵਾਰੀ ਉਹਨਾਂ ਨੂੰ ਲੱਗਦੀਆਂ ਹੋਣਗੀਆਂ। ਹਾਂਜੀ, ਚਿੱਠੀਆਂ ਤਾਂ ਆਸਾਨ ਲੱਗਦੀਆਂ, ਲੇਕਿਨ ਕਈ ਵਾਰੀ ਜਿਹੜੇ ਲੇਖ ਹੈ ਵਾਏ ਮੈਨੇਥਿਸਟ ਵਗੈਰਾ ਜਾਂ ਇਸ ਤਰ੍ਹਾਂ ਦੇ, ਕਈ ਵਾਰੀ ਪਹਿਲੀ ਦਿਲਚਸਪੀ ਜ਼ਰੂਰ ਕਿਸੇ ਵੀ ਪਾਠਕ ਦੀ ਜਾਂ ਲੋਕਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਹੁੰਦੀ ਹੈ। ਹਾਂਜੀ, ਸੋ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਵੀ ਜਿਹੜੀਆਂ ਅੱਛੀਆਂ ਕਿਤਾਬਾਂ ਨੇ, ਅਥੈਂਟਿਕ ਕਿਤਾਬਾਂ ਨੇ, ਉਹਨਾਂ ਨੂੰ ਪੜ੍ਹਨਾ ਚਾਹੀਦਾ। ਠੀਕ ਹੈ। ਤੇ ਉਹਦੇ 'ਚ ਵਰਿੰਦਰ ਸੰਧੂ ਹਰਾਂ ਦੀ ਕਿਤਾਬ ਸਭ ਤੋਂ ਜ਼ਿਆਦਾ ਅੱਛੀ ਕਿਤਾਬ ਹੈ, ਜਿਹੜੀ ਸਭ ਤੋਂ ਪਹਿਲਾਂ ਛਪੀ, ਭਗਤ ਸਿੰਘ ਤੇ ਉਹਨਾਂ ਦੇ ਪੁਰਖੇ। ਉਹ 'ਚ ਤਿੰਨਾਂ ਪੀੜ੍ਹੀਆਂ ਦੀ ਉਹਦੇ 'ਚ ਬੜੀ ਅੱਛੀ ਤਰੀਕੇ ਨਾਲ ਦੱਸੀ ਗਈ ਹੈ। ਭਗਤ ਸਿੰਘ ਦੇ ਛੋਟੇ ਭਰਾ ਰਣਵੀਰ ਸਿੰਘ ਨੇ ਉਹਨਾਂ ਦੀ ਉਰਦੂ 'ਚ ਜੀਵਨੀ ਲਿਖ ਕੇ ਰੱਖੀ ਸੀਗੀ। ਹਾਂਜੀ, ਪੂਰੀ ਜ਼ਿੰਦਗੀ ਸੀ ਨਹੀਂ ਕਰ ਸਕੇ, ਲੇਕਿਨ ਉਹ ਕਿਤਾਬ ਹੈ ਜਿਹੜੀ ਬਾਅਦ 'ਚ ਹੁਣ ਥੋੜ੍ਹੀ ਬਹੁਤੀ ਛਪ ਕੇ ਸਾਹਮਣੇ ਆਈ ਹੈ। ਇਸ ਕਿਸਮ ਦੀਆਂ ਕਿਤਾਬਾਂ ਨੇ। A.G. ਨੂਰਾਨੀ ਦੀ ਕਿਤਾਬ ਟਰਾਇਲ ਆਫ ਭਗਤ ਸਿੰਘ ਹੈ, ਤੇ ਇਹ ਜਿਹੜੀਆਂ ਕਿਤਾਬਾਂ ਨੇ ਇਸ ਕਿਸਮ ਦੀਆਂ। ਹੁਣ ਤਾਂ ਇਹ ਹੋਇਆ ਕਿ ਵਿਦੇਸ਼ੀ ਵਿਦਵਾਨਾਂ ਨੇ ਇੰਨੀ ਭਗਤ ਸਿੰਘ ਤੇ ਡੂੰਘੀ ਤਰ੍ਹਾਂ ਖੋਜ ਕੀਤੀ ਹੈ। ਕਾਮਾ ਮੈਕਲਿਨ ਆਸਟ੍ਰੇਲੀਅਨ ਹੈ, ਕ੍ਰਿਸਟੋਫਰ ਮੋਫਟ ਇੰਗਲੈਂਡ ਬ੍ਰਿਟਿਸ਼ਰ ਹੈ, ਤੇ ਉਹ ਕਿਤਾਬਾਂ ਜਿਹੜੀਆਂ ਬਹੁਤ ਗੰਭੀਰਤਾ ਨਾਲ ਖੋਜ ਕਰਨ ਵਾਲੀਆਂ ਨੇ, ਥੋੜ੍ਹੀਆਂ ਜਿਹੀਆਂ ਕਿਸੇ ਨੂੰ ਔਖੀਆਂ ਵੀ ਲੱਗ ਸਕਦੀਆਂ ਨੇ, ਬਟ ਦੀਜ਼ ਆਰ ਦਾ ਬੁੱਕਸ ਜਿਹੜਾ ਨੂੰ ਕੰਸਲਟ ਕਰਨਾ ਚਾਹੀਦਾ। ਉਹਦੀ ਜ਼ਿੰਦਗੀ ਨੂੰ ਵੀ ਦੇਖੋ ਤਾਂ ਅਥੈਂਟਿਕ ਜੀਵਨੀਆਂ ਰਾਹੀਂ ਦੇਖੋ, ਤੇ ਉਹਦੇ ਵਿਚਾਰਾਂ ਨੂੰ ਦੇਖਣਾ ਤੇ ਡਾਇਰੈਕਟਲੀ ਉਹਦੇ ਵਿਚਾਰਾਂ ਨੂੰ ਪੜ੍ਹੋ। ਤੇ ਇਸ ਕਰਕੇ ਇਸ ਦੋਹਾਂ ਦੇ ਸੁਮੇਲ ਨਾਲ ਹੀ ਭਗਤ ਸਿੰਘ ਨੂੰ ਅੱਛੀ ਤਰ੍ਹਾਂ ਸਮਝਣਾ ਚਾਹੀਦਾ। ਬਲਕਿ ਨੌਜਵਾਨਾਂ ਦੇ ਸਿਰ ਤੇ ਤਾਂ ਵੱਡੀ ਜ਼ਿੰਮੇਵਾਰੀ ਹੈ ਕਿ ਨੌਜਵਾਨ ਜੇ ਉਹਨੂੰ ਆਪਣਾ ਹੀਰੋ ਸਮਝਦੇ ਨੇ, ਤੇ ਨੌਜਵਾਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹਨੂੰ ਸਹੀ ਰਕਸ, ਉਹਦਾ ਸਹੀ ਰੂਪ ਹੈ ਜਿਹੜਾ ਉਹ ਸਾਹਮਣੇ ਰੱਖਿਆ ਜਾਵੇ, ਤਾਂ ਹੀ ਉਹ ਸੱਚੇ ਅਰਥ 'ਚ ਪ੍ਰੇਰਨਾ ਸਰੋਤ ਬਣੂਗਾ। ਕਿਉਂਕਿ ਕਿਰਸਾਨਾਂ ਨੇ ਉਹਨੂੰ ਸਹੀ ਅਰਥ ਦੇ ਵਿੱਚ ਸਮਝਿਆ, ਸਹੀ ਅਰਥ ਦੇ ਵਿੱਚ ਉਹਦੇ ਐਪਰੋਪਰੀਏਟ ਕੀਤਾ, ਤਾਂ ਐਡੀ ਵੱਡੀ ਜਿੱਤ ਉਹ ਆਪਣੀਆਂ ਕੁਰਬਾਨੀਆਂ ਰਾਹੀਂ ਹਾਸਲ ਕਰ ਸਕੇ। ਤੇ ਨੌਜਵਾਨਾਂ ਤੇ ਵੀ ਇਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਹ ਗੱਲ ਨੂੰ ਕਰਨ। ਤੁਸੀਂ ਵੀ ਇਸ ਗੱਲ 'ਚ ਹਿੱਸਾ ਪਾ ਰਹੇ ਹੋ। ਹਾਂਜੀ, ਜਿੱਦਾਂ ਕੱਲ੍ਹ ਤੁਸੀਂ ਬੱਚਿਆਂ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ, ਤੁਸੀਂ ਉਹਨਾਂ ਲਈ ਹੈਲਪ ਕੀਤੀ। ਹਾਂਜੀ, ਔਰ ਉਹ ਜਿਹੜੇ ਬੱਚਿਆਂ ਨੂੰ ਉਸ ਵੇਲੇ ਡਿਪਿਕਟ ਹੋ ਰਿਹਾ ਨਾ ਭਗਤ ਸਿੰਘ, ਹਾਂਜੀ, ਹਾਂਜੀ, ਉਹ ਗਾਂ ਦੀਆਂ ਜਨਰੇਸ਼ਨਸ ਨੂੰ। ਅੱਛਾ, ਵਰਲਡ ਥੀਏਟਰ ਡੇ ਵੀ ਹੈ ਜੀ ਅੱਜ। ਸੋ ਅੱਜ ਜਿੱਥੇ ਭਗਤ ਸਿੰਘ ਹੋਰਾਂ ਦੀ ਜੇ ਗੱਲ ਕਰੀਏ ਤਾਂ ਉਹ ਆਪਣੀਆਂ ਜਿਹੜੀਆਂ ਕਲਾਕ੍ਰਿਤੀਆਂ ਨਾ ਸਿਰਫ ਇਕੱਲਾ ਲਿਖ ਕੇ, ਬਲਕਿ ਉਹ ਐਕਸਪ੍ਰੈਸ ਕਰਨ ਦਾ ਉਹਨਾਂ ਦਾ ਇੱਕ ਆਪਣਾ ਤਰੀਕਾ ਹੁੰਦਾ ਸੀ। ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੰਬੋਧਿਤ ਹੁੰਦੇ ਸੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਰਟ ਨੂੰ, ਕਲਚਰ ਨੂੰ, ਸੱਭਿਆਚਾਰ ਨੂੰ, ਲਿਖਤਾਂ ਨੂੰ, ਤੇ ਨਾਲ ਨਾਟਕ ਨੂੰ ਵੀ ਆਪਣਾ ਜ਼ਿੰਦਗੀ ਦਾ ਵਿੱਚ ਹਿੱਸਾ ਬਣਾਇਆ ਹੋਇਆ ਸੀ। ਉਹਦੇ ਤੇ ਕੁਝ ਕਮੈਂਟ ਕਰਨਾ ਹੋਵੇ, ਤੇ ਨਾਲ ਹੀ ਮੈਂ ਬੇਨਤੀ, ਜੇ ਤੁਹਾਡੀ ਇਜਾਜ਼ਤ ਹੋਵੇ, 1-2 ਕਾਲਸ ਲੈ ਲਈਏ ਜੀ ਆਪਾਂ। ਕੋਈ ਸਰੋਤੇ ਸਾਡੇ, ਇੱਕ ਕਾਲ ਤਾਂ ਆਲਰੇਡੀ ਹੋਲਡ ਤੇ ਹੈ, ਤੇ ਮੈਂ ਕੋਸ਼ਿਸ਼ ਕਰਦਾ ਜੀ ਸਿਰਫ 2 ਕਾਲਸ ਹੋਰ ਲੈ ਸਕਦੇ, ਟੋਟਲ 3 ਕਾਲ ਲਵਾਂਗੇ। ਜੇ ਤੁਸੀਂ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਨੀ ਹੋਵੇ, ਸਿਰਫ 2 ਕਾਲਸ ਹੋਰ ਆ ਸਕਦੀਆਂ। ਇੱਕ ਕਾਲ ਆਲਰੇਡੀ ਹੋਲਡ ਦੇ ਉੱਤੇ ਹੈ, ਪਰ ਇਸੇ ਸਵਾਲ ਨੂੰ ਜੇਕਰ ਤੁਸੀਂ ਕੰਟੀਨਿਊ ਕਰਨਾ ਹੋਵੇ ਇਸ ਤੋਂ ਪਹਿਲਾਂ ਕਿ ਆਪਾਂ ਕਾਲ ਤੇ ਚੱਲੀਏ, ਉਹਨਾਂ ਦਾ ਜਿਹੜਾ ਅੱਜ ਦੇ ਦਿਨ ਨਾਲ ਸੰਬੰਧਿਤ ਰਿਲੇਟ ਕਰਦੇ ਹੋਏ। ਕਿਉਂਕਿ ਪਹਿਲਾਂ ਭਗਤ ਸਿੰਘ ਨੂੰ ਇੰਨਾ ਸੀਮਿਤ ਕਰਤਾ ਗਿਆ ਉਹਨਾਂ ਦੇ ਮੈਨੂੰ ਬਹਾਦਰੀ ਤੇ ਦੇਸ਼ ਭਗਤੀ ਤੱਕ, ਕਿ ਕਿਸੇ ਨੇ ਇਹ ਸੋਚਿਆ ਹੀ ਨਹੀਂ ਜਾਂ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਭਗਤ ਸਿੰਘ ਆਈਡੀਓਲੋਜੀਕਲੀ ਇੰਨਾ ਐਡਵਾਂਸ ਥਿੰਕਰ ਸੀਗਾ, ਔਰ ਉਹ ਇੰਟਲੈਕਚੁਅਲੀ ਇੰਨਾ ਐਡਵਾਂਸ ਸੀ ਕਿ ਜਿਹਦੀ ਤੁਲਨਾ ਤੁਸੀਂ ਡਾਕਟਰ ਅੰਬੇਡਕਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਆਪਣਾ ਜਵਾਹਰ ਲਾਲ ਨਹਿਰੂ ਤੇ ਕੁਛ ਹੱਦ ਤੱਕ ਮਹਾਤਮਾ ਗਾਂਧੀ, ਇਹਨਾਂ ਸਾਰਿਆਂ ਨਾਲ ਬੌਧਿਕ ਪੱਧਰ ਤੇ ਤੁਲਨਾ ਇਹਨਾਂ ਨਾਲ ਕਰ ਸਕਦੇ ਹੋ, ਕਿਉਂਕਿ ਇਹਨਾਂ ਦੇ ਕੱਦ ਦਾ ਬੰਦਾ ਹੈ। ਜੋ ਕੁਛ ਉਹਨੇ ਲਿਖਿਆ ਉਹ ਡਾਕਟਰ ਅੰਬੇਡਕਰ ਦੀ ਰਾਈਟਿੰਗ ਜਾਂ ਪੇਰੀਆਰ ਦੀ ਰਾਈਟਿੰਗ ਜਾਂ ਨਹਿਰੂ ਦੀ ਰਾਈਟਿੰਗ ਜਾਂ ਸੁਭਾਸ਼ ਦੀ ਰਾਈਟਿੰਗ, ਇਹ ਇੰਟਲੈਕਚੁਅਲ ਲੈਵਲ ਉਸ ਤੱਕ ਦਾ, ਉਸ ਲੈਵਲ ਤੱਕ ਤੇ ਭਗਤ ਸਿੰਘ ਨੂੰ ਕਿਸੇ ਨੇ ਲਿਜਾਣ ਦੀ ਜ਼ਹਿਮਤ ਨਹੀਂ ਉਠਾਈ, ਜਦੋਂ ਕਿ ਉਸ ਲੈਵਲ ਦਾ ਉਹ ਹੈਗਾ। ਤਾਂ ਉਸ ਨੇ ਜਿਸ ਤਰੀਕੇ ਨਾਲ ਤੁਸੀਂ ਕਿਹਾ, ਹਰ ਤਰੀਕੇ ਨਾਲ ਲਾਲਾ ਰਾਮ ਸਰਨਦਾਸ ਨੇ ਇੱਕ ਪੋਇਟਰੀ ਦੀ ਕਿਤਾਬ ਲਿਖੀ, ਡ੍ਰੀਮਲੈਂਡ, ਅੰਗਰੇਜ਼ੀ 'ਚ ਕਵਿਤਾਵਾਂ ਲਿਖੀਆਂ ਉਹਨਾਂ ਨੇ। ਉਹਨਾਂ ਦੇ ਗਦਰ ਪਾਰਟੀ ਦੇ ਸੀਨੀਅਰ ਸਾਥੀ ਸੀ ਉਹ, ਤੇ ਉਹ ਭਗਤ ਸਿੰਘ ਉਹਨਾਂ ਤੋਂ ਕਿਤੇ ਛੋਟਾ ਸੀ, ਤੇ ਉਹਨਾਂ ਨੂੰ ਉਹਨੇ ਕਿਹਾ ਕਿ ਵੀ ਤੂੰ ਡ੍ਰੀਮਲੈਂਡ ਦੀ ਭੂਮਿਕਾ ਤੂੰ ਲਿਖ। ਤੇ ਭਗਤ ਸਿੰਘ ਨੇ ਕਿਹਾ, ਉਹ ਡ੍ਰੀਮਲੈਂਡ ਦੀ ਭੂਮਿਕਾ 'ਚ ਲਿਖਿਆ ਵੀ ਹੋਇਆ ਵੀ ਨਾ ਤਾਂ ਕੋਈ ਮੈਂ ਸਾਹਿਤ ਦਾ ਆਲੋਚਕ ਹਾਂ, ਨਾ ਮੈਂ ਕੋਈ ਸਾਹਿਤ ਦਾ ਵਿਦਵਾਨ ਹਾਂ, ਤੇ ਤੁਸੀਂ ਸਿਰਫ ਤੁਹਾਡੀ ਮਾਣ ਇੱਜ਼ਤ ਕਰਕੇ ਮੈਂ ਇਹਨਾਂ ਕਵਿਤਾਵਾਂ ਦੇ ਚੰਦ ਕਮੈਂਟ ਕਰ ਦਿੰਦਾ, ਅਦਰਵਾਈਜ਼ ਤਾਂ। ਲੇਕਿਨ ਉਹ ਕਮੈਂਟ ਬਹੁਤ ਮਹੱਤਵਪੂਰਨ ਸਾਬਤ ਹੋਏ, ਉਹਨਾਂ ਕਮੈਂਟਸ ਨੂੰ ਵੀ ਕੋਟ ਕੀਤਾ ਜਾਂਦਾ ਹੈਗਾ, ਤੇ ਵਿਚ ਮੀਨਸ ਕਿ ਉਹਦੀ ਹਰ ਚੀਜ਼ ਤੇ ਦਿਲਚਸਪੀ ਸੀ, ਕਲਾ ਬਾਰੇ, ਸੰਗੀਤ ਬਾਰੇ, ਸਾਹਿਤ ਬਾਰੇ। ਉਹਦੀ ਜਿਹੜੀ ਜੇਲ੍ਹ ਨੋਟਬੁੱਕ ਹੈ, ਜੇਲ੍ਹ ਨੋਟਬੁੱਕ ਤੋਂ ਇਲਾਵਾ ਜਿਹੜੀਆਂ ਉਹਨੇ ਚਿੱਠੀਆਂ ਲਿਖੀਆਂ, ਉਰਦੂ ਦੀ ਸਭ ਤੋਂ ਵੱਡੀ ਸ਼ਾਇਰੀ, ਗਾਲਿਬ ਦੀ, ਫੈਜ਼ ਦੀ ਤਾਂ ਨਹੀਂ, ਗਾਲਿਬ ਦੀ, ਮੀਰ ਦੀ, ਇਹਨਾਂ ਸਾਰਿਆਂ ਦੀ ਸ਼ਾਇਰੀ, ਮਤਲਬ ਕਿਸੇ ਛੋਟੇ ਮੋਟੇ ਸ਼ਾਇਰ ਦੀ ਸ਼ਾਇਰੀ ਨਹੀਂ ਉਹਦੀ ਦਰਜ ਹੈਗੀ, ਜਿਹੜੀ ਸਾਰੀ ਸਭ ਤੋਂ ਮਹਾਨ ਸ਼ਾਇਰਾਂ ਦੀ ਸ਼ਾਇਰੀ ਹੈ, ਕਿਉਂਕਿ ਉਰਦੂ ਉਸ ਵੇਲੇ ਮੇਨ ਜ਼ਬਾਨ ਸੀਗੀ, ਇਸ ਕਰਕੇ ਗਾਲਿਬ, ਮੀਰ, ਇਹਨਾਂ ਸਾਰਿਆਂ ਦੀ ਸ਼ਾਇਰੀ ਉਹਦੇ 'ਚ ਦਰਜ ਹੈ। ਦੈਟ ਮੀਨਸ ਕਿ ਹੀ ਵਾਜ਼ ਅ ਹੋਲਸਮ ਪਰਸਨੈਲਿਟੀ,
ਇਹ ਨਹੀਂ ਸੀ ਵੀ ਇਕੱਲਾ ਉਹ ਇੱਕ ਪੋਲੀਟੀਕਲ ਦੀ ਗੱਲ ਕਰਦਾ ਸੀ। ਰਾਈਟ, ਆਪਾਂ ਇੱਕ ਕਾਲ ਲੈ ਲੈਂਦੇ ਜੀ, ਤੇ ਇਸ ਤੋਂ ਬਾਅਦ ਇੱਕ ਜਾਂ ਦੋ ਕਾਲਸ ਹੋਰ ਲੈ ਸਕਦੇ ਹਾਂ। 905 601 1350 905 601 1350 ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਫੈਸਰ ਚਮਨ ਲਾਲ ਜੀ ਹੋਰੀ ਅੱਜ ਸਾਡੇ ਨਾਲ ਨੇ, ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਜਿਸ ਰੂਪ ਦੇ ਵਿੱਚ ਇਹਨਾਂ ਦੇ ਕੋਲ ਜਾਣਕਾਰੀ ਹੈ, ਜੋ ਇਹਨਾਂ ਨੇ ਹੁਣ ਤੱਕ ਲਿਖਿਆ, ਜਾਂ ਜਿਸ ਰੂਪ ਦੇ ਵਿੱਚ ਬਹੁਤ ਸਾਰੇ ਸੈਮੀਨਾਰਸ ਜਾਂ ਵਰਕਸ਼ਾਪਸ ਜਾਂ ਅਲੱਗ-ਅਲੱਗ ਮੌਕਿਆਂ ਦੇ ਉੱਪਰ ਸਪੀਚਸ ਪ੍ਰੋਫੈਸਰ ਸਾਹਿਬ ਦੀਆਂ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੁਣੀਆਂ ਜਾਂ ਉਹਨਾਂ ਦੇ ਬਾਰੇ 'ਚ ਜਾਣਿਆ ਹੋਏਗਾ। ਸੋ ਉਹਨਾਂ ਦਾ ਅਸੀਂ ਇੱਕ ਵਾਰ ਫਿਰ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ, ਸਾਡੇ ਨਾਲ ਗੱਲਬਾਤ ਕੀਤੀ, ਤੇ ਦੇਖਦੇ ਹਾਂ ਜੇ ਸਾਡੇ ਕੋਈ ਕਾਲਰਸ ਦੇ ਸਵਾਲ ਹੋਏ ਤਾਂ 905 601 1350 ਇੱਕ ਦੋ ਕਾਲਸ ਹੋਰ ਲਵਾਂਗੇ। ਹਾਂਜੀ, 3440 ਨੰਬਰ। ਕੀ ਸ਼ੁਭ ਨਾਮ ਹੈ ਜੀ ਤੁਹਾਡਾ, ਤੁਸੀਂ ਆਉਂਦੇ ਰਹੋ। ਸੁਖਜੀਵਨ ਆ ਜੀ ਮੇਰਾ ਨਾਮ। ਧੰਨਵਾਦ ਪ੍ਰੋਫੈਸਰ ਸਾਹਿਬ ਨੇ ਕਾਫੀ ਜਾਣਕਾਰੀ ਦਿੱਤੀ ਆ। ਮੇਰੇ ਵੀ ਇੱਕ ਸਵਾਲ ਹਮੇਸ਼ਾ ਰਹਿੰਦਾ ਮੇਰੇ ਦਿਮਾਗ 'ਚ ਵੀ ਮੇਰਾ ਭਾਈ ਤੁਹਾਡੀ ਨਾ ਆਵਾਜ਼ ਕਲੀਅਰ ਨਹੀਂ ਆ, ਥੋੜ੍ਹਾ ਜਿਹਾ ਪਲੀਜ਼ ਦੇਖਿਓ। ਤੁਸੀਂ ਹੈੱਡਫੋਨ ਯੂਜ਼ ਕਰ ਰਹੇ ਹੋ ਜਾਂ ਕੀ ਕਰ ਰਹੇ ਹੋ, ਜਾਂ ਆਪਣੇ ਬਲੂਟੂਥ ਯੂਜ਼ ਕਰ ਰਹੇ ਹੋ, ਕੀ ਕਰ ਰਹੇ ਹੋ? ਹਾਂਜੀ, ਬਲੂਟੂਥ ਹੀ ਯੂਜ਼ ਕਰ ਰਿਹਾ ਮੈਂ। ਸੋ ਜੇ ਥੋੜ੍ਹਾ ਚੇਂਜ ਕਰ ਸਕਦੇ ਹਾਂ ਪਲੀਜ਼, ਕਲੀਅਰ ਨਹੀਂ ਆ ਰਹੀ ਆਵਾਜ਼। ਹਾਂਜੀ ਹਾਂਜੀ ਵੀਰ ਜੀ, ਮੈਂ ਪੁੱਛਣਾ ਚਾਹੁੰਦਾ ਸੀ ਪ੍ਰੋਫੈਸਰ ਸਾਹਿਬ ਨੂੰ ਕਿ ਜਿਹੜੀਆਂ ਭਗਤ ਸਿੰਘ ਉਹਨਾਂ ਦੀਆਂ ਲਿਖਤਾਂ ਨੇ ਉਹਦੇ ਬਾਰੇ ਅਥੈਂਟਿਸਿਟੀ ਕਿੰਨੀ ਕੁ ਆ, ਕਿਉਂਕਿ ਉਹ 18 ਸਾਲ ਦੀ ਉਮਰ 'ਚ ਘਰੋਂ ਚਲੇ ਗਏ ਤੇ ਯੰਗ ਸੀਗੇ ਜਦੋਂ ਉਹਨਾਂ ਨੂੰ ਫਾਂਸੀ ਵੀ ਹੋ ਗਈ ਆ, ਤੇ ਕਿੰਨਾ ਕੁ ਟਾਈਮ ਉਹ ਆਪਣੀ ਇਹਨਾਂ ਦੀ ਲਾਈਨ ਆਪੇ ਡ੍ਰੌਪ ਹੋ ਗਈ ਹੈ ਜੀ, ਪਰ ਮੈਨੂੰ ਲੱਗਦਾ ਸਵਾਲ ਆਪਣੇ ਕੋਲ ਪਹੁੰਚ ਗਿਆ ਜੀ ਉਹਨਾਂ ਦਾ। ਪ੍ਰੋਫੈਸਰ ਸਾਹਿਬ, ਇਹਨਾਂ ਨੇ ਕਿਹਾ ਕਿ ਜਿਹੜੀਆਂ ਭਗਤ ਸਿੰਘ ਦੀਆਂ ਆਪਣੀਆਂ ਲਿਖਤਾਂ ਨੇ ਉਹਦੀ ਅਥੈਂਟਿਸਿਟੀ ਕਿੰਨੀ ਕੁ ਹੈ, ਕਿਉਂਕਿ ਉਹ ਤਾਂ ਬਹੁਤ 23 ਸਾਲ ਦੀ ਉਮਰ 'ਚ ਤਾਂ ਉਹ ਚਲੇ ਗਏ ਇੱਥੋਂ, ਤੇ ਜਿਹੜਾ ਪਹਿਲਾਂ ਲਿਖਤਾਂ ਉਹਨਾਂ ਦੀਆਂ ਫਿਰ ਉਹਨਾਂ ਨੂੰ ਪਬਲਿਸ਼ ਕਰਨਾ ਜਾਂ ਸਮ ਅਪ ਕਰਨਾ, ਇਹ ਪੋਸੀਬਿਲਿਟੀ ਕਿੰਨੀ ਕੁ ਸੱਚਾਈ ਇਹਦੇ 'ਚ? ਦੇਖੋ, ਜੋ ਲਿਖਤਾਂ ਵਰਿੰਦਰ ਸੰਧੂ ਹੋਰਾਂ ਨੇ ਕਲੈਕਟ ਕੀਤੀਆਂ, ਹਾਂਜੀ, ਜੋ ਲਿਖਤਾਂ ਉਹਨਾਂ ਦੇ ਸਾਥੀ ਸ਼ਿਵ ਵਰਮਾ ਨੇ ਕਲੈਕਟ ਕੀਤੀਆਂ, ਜੋ ਲਿਖਤਾਂ ਅਮਰਜੀਤ ਚੰਦਨ ਨੇ ਕਲੈਕਟ ਕੀਤੀਆਂ, ਜੋ ਲਿਖਤਾਂ ਉਹਨਾਂ ਦੇ ਭਾਂਜੇ ਜਗਮੋਹਨ ਸਿੰਘ ਨੇ ਕਲੈਕਟ ਕੀਤੀਆਂ, ਤੇ ਜੋ ਲਿਖਤਾਂ ਮੈਂ ਉਹਦੇ 'ਚ ਥੋੜ੍ਹਾ ਜਿਹਾ ਹੋਰ ਕੰਟਰੀਬਿਊਟ ਕੀਤਾ, ਉਹਦੀ ਇੱਕ ਲਿਖਤ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਿ ਇਹ ਭਗਤ ਸਿੰਘ ਦੀ ਲਿਖਤ ਨਹੀਂ ਹੈਗੀ। ਮੈਂ ਉਹਦਾ ਤੁਹਾਨੂੰ ਥੋੜ੍ਹਾ ਜਿਹਾ ਹੋਰ ਵਿਸਤਾਰ ਨਾਲ ਦੱਸ ਦਿੰਦਾ ਕਿ 61 ਦੇ ਕਰੀਬ ਉਹਨਾਂ ਦੇ ਖੱਤ ਅਸੀਂ ਕਲੈਕਟ ਕੀਤੇ ਹੋਏ ਨੇ। ਉਹ ਜਿਹੜੇ ਖੱਤ ਨੇ, ਕੁਛ ਤਾਂ ਬਿਲਕੁਲ ਪਰਿਵਾਰ ਦੇ ਮੈਂਬਰਾਂ ਨੂੰ ਲਿਖੇ ਹੋਏ ਨੇ, ਜਿਨ੍ਹਾਂ ਦੇ ਅਸਲ ਕਾਰਡ ਹਲੇ ਵੀ ਪਏ ਨੇ। ਕੁਛ ਬਟੂਕੇਸ਼ਵਰ ਦੱਤ ਨੂੰ, ਕੁਛ ਬਟੂਕੇਸ਼ਵਰ ਦੱਤ ਦੀ ਭੈਣ ਨੂੰ, ਕੁਛ ਆਪਦੇ ਦੋਸਤ ਜੈਦੇਵ ਗੁਪਤਾ ਨੂੰ, ਤੇ ਇਸ ਤਰੀਕੇ ਨਾਲ ਪਰਿਵਾਰ ਨੂੰ, ਦਾਦਾ ਜੀ ਨੂੰ, ਚਾਚੀ ਨੂੰ, ਇਹ ਸਾਰੇ ਖੱਤ ਪੂਰੇ ਦੇ ਪੂਰੇ ਇਹਨਾਂ ਦੇ ਕਈ ਓਰੀਜਨਲ ਰੂਪ ਵੀ ਪਏ ਨੇ, ਉਹਦੇ ਆਪਣੇ ਹੱਥ ਲਿਖਤ ਦੇ ਰੂਪ ਦੇ ਵਿੱਚ ਪਏ ਨੇ। ਦੂਸਰਾ, ਜਿਸ ਤਰ੍ਹਾਂ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਬਿਆਨ ਦਿੱਤਾ, ਹਾਈ ਕੋਰਟ ਦੇ ਵਿੱਚ ਬਿਆਨ ਦਿੱਤਾ, ਜਿਹੜੀਆਂ ਉਹਨਾਂ ਨੇ ਅਦਾਲਤਾਂ ਦੇ ਵਿੱਚ ਟੈਲੀਗ੍ਰਾਮਾਂ ਦਿੱਤੀਆਂ, ਉਹ ਸਾਰੇ ਦੇ ਸਾਰੇ ਆਫੀਸ਼ੀਅਲ ਰਿਕਾਰਡ ਦੇ ਥਰੂ ਹੋ ਕੇ ਆਈਆਂ ਨੇ, ਜਿਨ੍ਹਾਂ ਦੀ ਅਥੈਂਟਿਸਿਟੀ ਕੋਈ ਚੈਲੰਜ ਨਹੀਂ ਕਰ ਸਕਦਾ। ਠੀਕ ਹੈ। ਤੀਸਰਾ, ਜਿਹੜੇ ਉਹਨਾਂ ਨੇ ਲੇਖ ਉਸ ਵੇਲੇ ਲਿਖੇ ਨੇ, ਤੇ ਬੇਸ਼ੱਕ ਫਿਕਟੀਸ਼ੀਅਸ ਨਾਵਾਂ 'ਤੇ ਲਿਖੇ ਨੇ, ਲੇਕਿਨ ਉਸ ਵੇਲੇ ਦੇ ਸੰਪਾਦਕਾਂ ਨੇ ਇਸ ਸਰਟੀਫਾਈ ਕਰਕੇ ਕਿਹਾ ਕਿ ਇਹ ਭਗਤ ਸਿੰਘ ਦੀ ਲਿਖਤ ਸੀ, ਸਾਨੂੰ ਇਸ ਤਰੀਕੇ ਨਾਲ ਮਿਲੀ ਸੀ, ਇਸ ਤਰੀਕੇ ਨਾਲ ਇਹਨੂੰ ਛਾਪਿਆ ਗਿਆ। ਤੇ ਉਹਦੇ 'ਚ ਇੱਕ ਹਿੱਸਾ ਚਾਂਦ ਦੇ ਫਾਂਸੀ ਅੰਕ ਦਾ ਵੀ ਹੈ। ਨਵੰਬਰ 1928 ਦੇ ਵਿੱਚ ਚਾਂਦ ਦਾ ਫਾਂਸੀ ਅੰਕ ਛਪਿਆ ਸੀਗਾ, ਔਰ ਉਹਦੇ ਵਿੱਚ 48 ਕ੍ਰਾਂਤੀਕਾਰੀਆਂ ਦੇ ਰੇਖਾ ਚਿੱਤਰ ਸੀਗੇ, ਜਿਹਦੇ ਵਿੱਚੋਂ ਸ਼ਿਵ ਵਰਮਾ ਤੇ ਭਗਤ ਸਿੰਘ ਦੋਵਾਂ ਨੇ ਮਿਲ ਕੇ ਘੱਟੋ ਘੱਟ 37 ਜਿਹੜੇ ਸੀਗੇ, ਕਰੀਬ ਕਹਿਣਾ ਚਾਹੀਏ 37 ਸੀ, 28 ਦੇ ਕਰੀਬ ਸੀ ਜਿਹੜੇ ਸਿਰਫ ਭਗਤ ਸਿੰਘ ਦੇ ਲਿਖੇ ਹੋਏ ਸੀ, ਤੇ 9 ਦੇ ਕਰੀਬ ਸੀ ਜਿਹੜੇ ਭਗਤ ਸਿੰਘ, ਤੇ 9 ਦੇ ਸੀ ਜਿਹੜੇ ਸਿਰਫ ਸ਼ਿਵ ਵਰਮਾ ਸੀ, ਤੇ ਕੁਛ 10 ਦੇ ਕਰੀਬ ਸੀ ਜਿਹੜੇ ਦੋਹਾਂ ਦੇ ਸਾਂਝੀ ਸੀ। ਠੀਕ ਹੈ। ਇੱਕ ਸੀ ਰਾਮ ਪ੍ਰਸਾਦ ਬਿਸਮਿਲ ਦਾ, ਤੇ ਇਹਨਾਂ ਦੀ ਵੀ ਅਥੈਂਟਿਸਿਟੀ ਪ੍ਰਮਾਣਿਤ ਹੈ। ਠੀਕ ਹੈ। ਤੇ ਦੂਸਰਾ, ਜਿਹੜੇ ਉਹਨਾਂ ਨੇ ਹੋਰ ਲੇਖ ਲਿਖੇ ਨੇ, ਉਹਨਾਂ ਦੇ ਰਿਕਾਰਡ ਮਿਲਦੇ ਨੇ, ਜਿਸ ਤਰ੍ਹਾਂ ਵਾਈ ਐਮ ਐਨ ਐਥੀਸਟ ਹੈ, ਜਿਹਦੇ 'ਤੇ ਸਭ ਤੋਂ ਵੱਧ ਸਵਾਲ ਖੜੇ ਕੀਤੇ ਜਾਂਦੇ ਨੇ, ਤੇ ਇਸ ਲੇਖ ਦਾ 27 ਸਤੰਬਰ 1931 ਦਾ ਪੀਪਲ ਦਾ ਅੰਕ ਤੀਨ ਮੂਰਤੀ ਦੇ ਰਿਕਾਰਡ 'ਚ ਵੀ ਪਿਆ ਹੈਗਾ, ਔਰ ਪਹਿਲਾਂ ਇਸ ਨੂੰ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਸੀਗਾ ਕਿ ਇਹ ਤਾਂ ਲੈਫਟਿਸਟਾਂ ਨੇ ਬਾਅਦ 'ਚ ਪਾਇਆ ਹੈਗਾ। 1934 ਦੇ ਵਿੱਚ ਖੁਦ ਇਹਦਾ ਤਮਿਲ ਦੇ ਵਿੱਚ ਤਰਜਮਾ ਪੇਰੀਆਰ ਨੇ ਆਪਦੀ ਤਮਿਲ ਮੈਗਜ਼ੀਨ ਕੁੜਈ ਆਰਸੂ ਦੇ ਵਿੱਚ ਛਾਪਿਆ ਸੀਗਾ, ਔਰ ਉਹ ਜਿਹੜਾ ਓਰੀਜਨਲ ਲੇਖ ਹੈ, ਲਾਲਾ ਫਿਰੋਜ਼ ਚੰਦ, ਲਾਲਾ ਲਾਜਪਤ ਰਾਏ ਦਾ ਅਖਬਾਰ ਸੀ, ਲਾਲਾ ਫਿਰੋਜ਼ ਚੰਦ ਉਹਦੇ ਐਡੀਟਰ ਸੀ, ਔਰ ਉਹਦੇ 'ਚ 3 ਲਾਈਨਾਂ ਦੀ ਕਾਪੀਰਾਈਟ ਵੀ ਦਿੱਤਾ ਹੋਇਆ ਕਿ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਦਾ ਕਾਪੀਰਾਈਟ ਹੈ। ਸੋ ਇਸ ਕਰਕੇ ਜੇ ਕੋਈ ਬੰਦਾ ਅੱਜ ਕੱਲ੍ਹ ਵਾਈ ਐਮ ਐਨ ਐਥੀਸਟ ਨੂੰ
ਐਵੇਂ ਕਹਿ ਦਿੰਦਾ ਕਿ ਇਹ ਕਿਸੇ ਦੀ ਮਨਘੜਤ ਤੇ ਲਿਖਿਆ, ਕਿਸੇ ਨੇ ਖੱਬੇ ਪੱਖੀਆਂ ਨੇ ਪਾਤੀ, ਤੇ ਉਹ ਬਿਲਕੁਲ ਆਧਾਰਹੀਨ ਹੈ। ਠੀਕ ਹੈ। ਇਹ ਜਿਹੜੀਆਂ ਸਾਰੀਆਂ ਲਿਖਤਾਂ ਨੇ ਇਹਨਾਂ ਦੀ ਬਕਾਇਦਾ ਪ੍ਰਮਾਣਿਕਤਾ ਦੇ ਸਰੋਤ ਦੱਸੇ ਹੋਏ ਨੇ। ਜੇ ਕੋਈ ਬੰਦਾ ਇਹਨਾਂ ਨੂੰ ਚੈਲੰਜ ਕਰਦਾ ਤਾਂ ਤਰਕਾਂ ਸਹਿਤ ਚੈਲੰਜ ਕਰਕੇ ਦਿਖਾਵੇ ਕਿ ਆਹ ਲਿਖਤ। ਸੋ ਤੁਸੀਂ ਤੁਹਾਡੀ ਸਟੱਡੀ ਜਿਹੜੀ ਤੁਸੀਂ 100% ਸੈਟੀਸਫਾਈਡ ਹੋ ਕਿ ਕੋਈ ਵੀ ਇਦਾਂ ਦੀ ਰਲ ਕੱਢ ਨਹੀਂ ਕੀਤਾ ਗਿਆ? ਹਰ ਚੀਜ਼ ਰਿਕਾਰਡ 'ਚ ਲਈ ਹੈ। ਠੀਕ ਹੈ। ਹਰ ਚੀਜ਼ ਰਿਕਾਰਡ 'ਚ ਲਈ ਹੈ। ਵੈਰੀ ਗੁੱਡ। ਸਰਕਾਰੀ ਰਿਕਾਰਡ 'ਚ ਲਈ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਸਕਦਾ ਹਾਂਜੀ। ਕਿ ਲਾਹੌਰ ਦੇ ਪੰਜਾਬ ਆਰਕਾਈਵ ਦੇ ਵਿੱਚ ਭਗਤ ਸਿੰਘ ਨਾਲ ਸੰਬੰਧਿਤ ਹਾਲੇ ਤੱਕ 134 ਫਾਈਲਾਂ ਉੱਥੇ ਪਈਆਂ ਨੇ। ਹਾਲੇ ਤੱਕ ਹਿੰਦੁਸਤਾਨ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਉਹਨਾਂ ਦੀ ਕਾਪੀ ਤੱਕ ਨਹੀਂ ਮੰਗਵਾਈ ਉਹਨਾਂ ਨੇ ਆਪਣੇ ਰਿਕਾਰਡ ਵਾਸਤੇ। ਮੈਂ 50 ਵਾਰੀ ਲਿਖ ਚੁੱਕਿਆ ਸਰਕਾਰਾਂ ਨੂੰ, ਪੰਜਾਬ ਸਰਕਾਰ ਨੂੰ ਵੀ, ਕੇਂਦਰੀ ਸਰਕਾਰ ਨੂੰ ਵੀ, ਕਿ ਘੱਟੋ ਘੱਟ ਉਹਨਾਂ ਦੀ ਡਿਜੀਟਲ ਇੱਕ ਕਾਪੀ ਤੇ ਮੰਗਵਾ ਲਓ ਤਾਂ ਕਿ ਤੁਹਾਡੇ ਕੋਲ ਰਿਕਾਰਡ 'ਚ ਹੋਵੇ। ਉਸ ਲਾਹੌਰ ਪੰਜਾਬ ਆਰਕਾਈਵ ਨੇ 2018 'ਚ ਪਹਿਲੀ ਵਾਰੀ ਹਾਂਜੀ ਉੱਥੇ ਅਲਹਮਰਾ ਦੇ ਵਿੱਚ ਉਹਨਾਂ ਦੀਆਂ 94 ਫਾਈਲਾਂ 'ਚੋਂ 94 ਕੋਈ 300-400 ਪੈਨਲ ਲਗਾਏ। ਹਾਂਜੀ। ਉਹਦੇ ਮੈਨੂੰ ਉੱਥੋਂ ਕੈਮਰਾ ਕਲਿੱਕ ਫੋਟੋਆਂ ਹੁੰਦੀਆਂ ਰਹੀਆਂ। ਤੁਸੀਂ ਹੈਰਾਨ ਮੰਨੋਗੇ ਕਿ ਉਹਨਾਂ 'ਚੋਂ 5 ਲਿਖਤਾਂ ਮੈਨੂੰ ਹੱਥ ਲਿਖਤਾਂ ਭਗਤ ਸਿੰਘ ਦੇ ਹੱਥ ਦੀਆਂ ਲਿਖੀਆਂ ਹੋਈਆਂ ਉਹਨਾਂ 'ਚ ਲੱਭ ਗਈਆਂ। ਉਸ ਵੇਲੇ ਉਹ ਮੇਰੇ ਆਪਣੀ ਕਿਤਾਬ 'ਚ ਭਗਤ ਸਿੰਘ ਰੀਡਰ 'ਚ ਮੈਂ ਸ਼ਾਮਲ ਕੀਤੀਆਂ। ਸੋ ਉਹ ਕਿਹੜੀ ਭਾਸ਼ਾ 'ਚ ਲਿਖੀਆਂ ਉਹਨਾਂ ਨੇ? ਅੰਗਰੇਜ਼ੀ। ਅੱਛਾ ਜੀ। ਉਹ ਕਿਉਂਕਿ ਉਹ ਮੁਕੱਦਮੇ ਨਾਲ ਸੰਬੰਧਿਤ ਸੀ, ਉਹ ਜਿਹੜੀ ਕੋਰਸਪੋਂਡੈਂਸ ਕਰਦੇ ਸੀ ਜੱਜਾਂ ਨਾਲ ਜਾਂ ਸਰਕਾਰ ਨਾਲ, ਤੇ ਅੰਗਰੇਜ਼ੀ 'ਚ ਕਰਦੇ ਸੀ। ਖੁਦ ਭਗਤ ਸਿੰਘ ਦੇ ਹੱਥ ਨਾਲ ਲਿਖੀਆਂ ਹੋਈਆਂ ਨੇ। ਉਹਦੀ ਹੈਂਡ ਰਾਈਟਿੰਗ ਤੁਸੀਂ ਪਛਾਣ ਸਕਦੇ ਹੋ। ਜਦ ਤੱਕ ਇਹ ਕੋਈ ਬੰਦਾ ਚੈਲੰਜ ਕਰੇ ਕਿ ਭਗਤ ਸਿੰਘ ਦੀ ਹੈਂਡ ਰਾਈਟਿੰਗ ਨਹੀਂ ਹੈ। ਠੀਕ ਹੈ। ਮਤਲਬ ਇਸ ਤਰ੍ਹਾਂ ਦਾ। ਵੈਰੀ ਗੁੱਡ। ਅੱਛਾ, ਇੱਕ ਹੋਰ ਮੇਰਾ ਦਿਲ ਕਰਦਾ ਸੀ ਪੁੱਛੀ ਜਾਈਏ ਤੁਹਾਡੇ ਕੋਲੋਂ ਗੱਲਾਂ, ਪਰ ਮੈਨੂੰ ਹੁਣ ਮੁਆਫੀ ਮੰਗਣੀ ਪੈਣੀ ਹੈ। ਪਰ ਜਾਂਦੇ ਜਾਂਦੇ ਕੋਈ ਡਿਜੀਟਲੀ ਇਸ ਤਰੀਕੇ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਜੇ ਭਗਤ ਸਿੰਘ ਹੋਰਾਂ ਦੀਆਂ ਲਿਖਤਾਂ ਜਾਂ ਬਾਕੀ ਹੋਰ ਰਾਈਟਰਸ ਦੀਆਂ ਲਿਖਤਾਂ ਨੂੰ ਜੇਕਰ ਈਜ਼ੀਲੀ, ਕਿਉਂਕਿ ਮੈਂ ਦੇਖ ਰਿਹਾ ਕਿ ਤੁਸੀਂ ਇਸ ਵੇਲੇ ਜੇ ਆਨਰਰੀ ਐਡਵਾਈਜ਼ਰ ਦੇ ਤੌਰ ਤੇ ਭਗਤ ਸਿੰਘ ਆਰਕਾਈਵ ਐਂਡ ਰਿਸੋਰਸ ਸੈਂਟਰ ਦਿੱਲੀ ਦੇ ਨਾਲ ਵੀ ਜੁੜੇ ਹੋਏ ਹੋ, ਇਹਦਾ ਕੋਈ ਡਿਜੀਟਲ ਵਰਜ਼ਨ ਜੇ ਸੌਖੇ ਤਰੀਕੇ ਦੇ ਨਾਲ, ਤਾਂ ਕਿ ਅਸੀਂ ਕਈ ਵਾਰ ਸਿਰਫ ਇਸ ਗੱਲ ਦੇ ਪਿੱਛੇ ਹੀ ਅਸੀਂ ਰਹਿ ਜੀਦਾ ਕਿ ਸਾਡੇ ਕੋਲ ਪਹੁੰਚ ਨਹੀਂ ਕਰ ਹੁੰਦੀ ਜਾਂ ਕਿਤਾਬਾਂ ਨਹੀਂ ਬਾਈ ਕਰ ਹੁੰਦੀਆਂ, ਕੋਈ ਇਸ ਤਰ੍ਹਾਂ ਦਾ ਤਰੀਕਾ? ਦੇਖੋ, ਗੱਲ ਇਹ ਹੈ ਕਿ ਇੱਕ ਤਾਂ ਅੱਜ ਕੱਲ੍ਹ ਥੋੜ੍ਹਾ ਜਿਹਾ ਇੰਟਰਨੈਟ ਨੇ ਆਸਾਨ ਕਰਤਾ। ਪਬਲਿਸ਼ਰਜ਼ ਨੇ ਵੀ ਆਪਣੀਆਂ ਕਿਤਾਬਾਂ ਇੰਟਰਨੈਟ 'ਤੇ ਪਾਉਣੀਆਂ ਸ਼ੁਰੂ ਕੀਤੀਆਂ। ਹਾਂਜੀ। ਬੜੀ ਥੋੜ੍ਹੀ ਜਿਹੀ ਇੱਕ ਤਰ੍ਹਾਂ ਦੀ 2019 ਦੇ ਵਿੱਚ ਜਦੋਂ ਭਗਤ ਸਿੰਘ ਰੀਡਰ ਛਪੀ ਹੈ ਪਹਿਲੀ ਵਾਰੀ, ਹਾਂਜੀ, ਤਾਂ ਉਦੋਂ ਇਹਨਾਂ ਨੇ ਇਹਦਾ US ਤੇ UK ਐਡੀਸ਼ਨ ਅਨਾਊਂਸ ਕੀਤਾ ਸੀਗਾ। US ਐਡੀਸ਼ਨ $8 ਦਾ ਹੋਣਾ ਸੀਗਾ ਤੇ $12 ਦਾ ਹੋਣਾ ਸੀ, ਤੇ UK ਦਾ ਐਡੀਸ਼ਨ £8 ਦਾ ਹੋਣਾ ਸੀ। ਹਾਂਜੀ। ਔਰ ਉਹ ਇਹਨਾਂ ਨੇ, ਲੇਕਿਨ ਉਸ ਤੋਂ ਬਾਅਦ ਕੋਵਿਡ ਸ਼ੁਰੂ ਹੋ ਗਿਆ ਕੁਛ ਉਹਨਾਂ ਨੇ, ਤਾਂ ਉਸ ਵੇਲੇ ਬੜੀ ਈਜ਼ੀਲੀ ਇੱਧਰ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਮਤਲਬ ਉਹ $1 ਵਾਲਾ ਐਡੀਸ਼ਨ ਮਿਲਣਾ ਸੀ। ਲੇਕਿਨ ਅੱਜ ਇਹ ਐਡੀਸ਼ਨ ਥੋੜ੍ਹਾ ਜਿਹਾ ਮਹਿੰਗਾ ਪੈਂਦਾ ਹੈਗਾ, ਲੇਕਿਨ ਅਮੇਜ਼ੋਨ ਤੋਂ ਇਹ ਮਿਲ ਜਾਂਦਾ। ਹੋਰ ਵੀ ਜਿੰਨੀਆਂ ਕਿਤਾਬਾਂ, ਬਹੁਤੀਆਂ ਕਿਤਾਬਾਂ ਜਿਹੜੀਆਂ ਮੇਰੀਆਂ ਵੀ ਲਿਖੀਆਂ ਹੋਈਆਂ ਨੇ, ਹੋਰ ਅਵੇਲੇਬਲ ਲਿਖੀਆਂ ਹੋਈਆਂ ਨੇ, ਉਹ ਅਮੇਜ਼ੋਨ ਤੋਂ ਜਾਂ ਪਬਲਿਸ਼ਰਾਂ ਦੇ ਵੈਬਸਾਈਟਾਂ ਤੋਂ ਮਿਲ ਜਾਂਦੀਆਂ ਨੇ। ਕਿਉਂਕਿ ਕੈਨੇਡਾ 'ਚ ਬੈਠਿਆਂ ਨੂੰ ਥੋੜ੍ਹੀਆਂ ਜਿਹੀਆਂ ਮਹਿੰਗੀਆਂ ਪੈਂਦੀਆਂ ਨੇ, ਹਿੰਦੁਸਤਾਨ 'ਚ ਬੈਠਿਆਂ ਨੂੰ ਉਹ ਥੋੜ੍ਹੀਆਂ ਜਿਹੀਆਂ ਸਸਤੀਆਂ ਪੈਂਦੀਆਂ ਨੇ। ਅਤੇ ਡਿਜੀਟਲਾਈਜੇਸ਼ਨ ਹੈ ਜਿਹੜੀ, ਇੱਕ ਮਾਰਕਸਿਸਟ ਔਰਗ ਹੈ, ਉਹਦੇ 'ਤੇ ਭਗਤ ਸਿੰਘ ਦੀਆਂ ਕੋਈ 15-20 ਲਿਖਤਾਂ ਉਹ ਫ੍ਰੀ ਮਿਲ ਜਾਂਦੀਆਂ ਨੇ। marxist.org। marxist.org। ਠੀਕ ਹੈ। ਅਤੇ ਇਹਦੇ 'ਤੇ ਕਾਫੀ ਸਮੇਂ ਤੋਂ ਕੁਛ ਲਿਖਤਾਂ ਪਈਆਂ ਹੋਈਆਂ ਨੇ। ਠੀਕ ਹੈ ਜੀ। ਅਤੇ ਇਸ ਤਰੀਕੇ ਨਾਲ ਇੰਟਰਨੈਟ 'ਚੋਂ ਕਈ ਵਾਰੀ ਤੁਹਾਨੂੰ ਫ੍ਰੀ ਕੋਈ ਨਾ ਕੋਈ ਜਾਅਲੀ ਤੌਰ 'ਤੇ ਪਾਈਆਂ ਹੋਈਆਂ ਜਾਂ ਲਿਖਤਾਂ ਵੀ ਮਿਲ ਜਾਂਦੀਆਂ ਨੇ। ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ, ਅੱਜ ਕੱਲ੍ਹ ਕੰਪਿਊਟਰ ਅਵੇਅਰ ਲੋਕ ਨੇ, ਉਹ ਤਾਂ ਬਹੁਤ ਵਾਰੀ ਫ੍ਰੀ ਬਹੁਤ ਕੁਛ ਲੱਭ ਲੈਂਦੇ ਨੇ। ਹਾਂਜੀ। ਠੀਕ ਹੈ ਸਰ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ ਤੁਹਾਡਾ ਵੀ ਔਰ ਢਿੱਲੋਂ ਸਾਹਿਬ ਦਾ ਵੀ। ਢਿੱਲੋਂ ਸਾਹਿਬ, ਤੁਸੀਂ ਕੁਛ ਅਖੀਰ ਦੇ ਵਿੱਚ 1 ਮਿੰਟ ਦੇ ਵਿੱਚ ਹੀ ਸਮਾਪਤੀ ਦੇ ਪਹਿਲਾਂ ਕਿ ਇਸ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦੇ ਕਲੋਜ਼ਿੰਗ ਰਿਮਾਰਕਸ ਲਈਏ, ਤੁਸੀਂ ਕੁਛ ਕਹਿਣਾ ਹੋਵੇ ਆਪਣੇ ਵੱਲੋਂ, ਮਾਈਕ ਦੇ ਨੇੜੇ ਆ ਜਾਓ ਜੀ। ਕਹਿਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਵੈਸਟਡ ਇੰਟਰਸਟ ਜਿਹੜੇ ਸੀ ਨਾ, ਹਾਂਜੀ, ਉਹਨਾਂ ਨੇ ਡਿਸਟੋਰਟ ਕਰਨਾ ਸ਼ੁਰੂ ਕੀਤਾ। ਹਮੇਸ਼ਾ ਹੀ ਵੈਸਟਡ ਇੰਟਰਸਟ ਜਿਹੜੇ ਹੁੰਦੇ ਉਹ ਆਪਣੀ ਮੁਫਾਦ ਲਈ ਕੁਛ ਆਪਣੀ ਤਰੀਕੇ ਨਾਲ ਗੱਲ ਕਰਦੇ ਆ। ਹਾਂਜੀ। ਅਤੇ ਹਿੰਦੁਸਤਾਨ 'ਚ ਬਹੁਤ ਰਿਵਾਜ਼ ਚੱਲ ਗਿਆ ਵੀ ਅਸੀਂ ਐਂ ਨੂੰ ਲੈ ਜਾਈਏ, ਅਸੀਂ ਉਹਨੂੰ ਲੈ ਜਾਈਏ। ਬਾਕੀ ਭਗਤ ਸਿੰਘ ਤੁਸੀਂ ਸੁਣ ਹੀ ਲਿਆ ਵੀ ਉਹ ਆਪ ਹੀ ਬੋਲਦਾ ਹੈ। ਬਿਲਕੁਲ ਠੀਕ। ਅਤੇ ਇਹਨਾਂ ਕੀ ਮੈਂ ਕਹਿਣਾ ਚਾਹੁੰਦਾ, ਮੈਂ ਆਪ ਨਹੀਂ ਬੋਲਦਾ। ਬਹੁਤ ਸ਼ੁਕਰੀਆ ਸਰ ਢਿੱਲੋਂ ਸਾਹਿਬ, ਤੁਹਾਡਾ ਇੱਕ ਵਾਰ ਫਿਰ ਸ਼ੁਕਰੀਆ। ਔਰ ਮੈਂ ਖਾਸ ਤੌਰ ਦੇ ਉੱਤੇ ਸਾਡੇ ਮੈਡਮ ਸਿਮਰਨ ਸਿੱਧੂ ਹੋਰੀ ਦੁਆਬਾ ਕਾਲਜ ਜਲੰਧਰ ਤੋਂ, ਉਹਨਾਂ ਨੇ ਮੈਨੂੰ ਸਖਤ ਤਾਕੀਦ ਕੀਤੀ ਸੀ ਵੀ ਮਿਲਣਾ ਜ਼ਰੂਰ ਹੈ। ਔਰ ਮੇਰੀ ਖੁਦ ਦੀ ਵੀ ਇੱਛਾ ਸੀ, ਕਿਉਂਕਿ ਜਦੋਂ ਮੈਂ ਪੋਸਟ ਪਹਿਲੇ ਦਿਨ ਪਾਈ ਸੀ ਤੁਹਾਡੇ ਬਾਰੇ ਜਦੋਂ ਜ਼ਿਕਰ ਛੱਡਿਆ,
ਤਾਂ ਮੈਮ ਸਿਮਰਨ ਸਿੱਧੂ ਹੋਰਾਂ ਨੇ ਮੇਰੀ ਉਹ ਪੋਸਟ ਦੇਖ ਕੇ ਮੈਨੂੰ ਸਪੈਸ਼ਲ ਮੈਸੇਜ ਕੀਤਾ, ਕਾਲ ਕੀਤੀ ਔਰ ਤੁਹਾਡੇ ਬਾਰੇ ਬਹੁਤ ਗੱਲਾਂ ਕੀਤੀਆਂ ਸੀ ਉਸ ਦਿਨ ਵੀ। ਔਰ ਤੁਹਾਨੂੰ ਇੱਕ ਵਾਰ ਫਿਰ ਜਿੱਥੇ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਆਖਰੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਸੀ ਉਹ ਤੁਹਾਡੇ ਨਾਲ ਰਿਲੇਟ ਕਰਕੇ ਮੈਂ ਕਹਿ ਦਿੰਦਾ ਅੱਛਾ ਜੀ। ਕਿ ਦੁਆਬਾ ਕਾਲਜ ਤੇ ਕੰਨਿਆ ਮਹਾਵਿਦਿਆਲਾ, ਹਾਂਜੀ, ਕੰਨਿਆ ਮਹਾਵਿਦਿਆਲਾ ਦੀ ਸੀ ਕੁਮਾਰੀ ਲੱਜਾਵਤੀ, ਹਾਂਜੀ, ਤੇ ਕੰਨਿਆ ਇਸ ਕਾਲਜ ਦੇ ਜਿਹੜੇ ਫਾਊਂਡਰ ਚ ਨੇ ਉਹਨਾਂ ਦੇ ਵਿੱਚੋਂ ਵੀਰੇਂਦਰ ਨੇ। ਹਾਂਜੀ, ਵੀਰੇਂਦਰ ਜਿਹੜੇ ਸੀ ਉਹ ਉਹਨਾਂ ਦੀ ਕਿਤਾਬ ਹੈ ਵੇ ਇਨਕਲਾਬੀ ਦਿਨ, ਹਾਂਜੀ, ਔਰ ਉਹਨਾਂ ਨੇ ਉਹਦੇ ਚ ਭਗਤ ਸਿੰਘ ਦੀ ਫਾਂਸੀ ਦਾ ਵੇਰਵਾ ਦਿੱਤਾ ਹੋਇਆ, ਇੱਥੋਂ ਤੱਕ ਕਿ ਟਾਈਮ ਦਿੱਤਾ ਹੋਇਆ ਕਿ 7:33 ਤੇ। ਤਾਂ ਵੀਰੇਂਦਰ ਉਸ ਵੇਲੇ ਖੁਦ ਲਾਹੌਰ ਜੇਲ੍ਹ ਦੇ ਵਿੱਚ ਸੀਗੇ, ਖੁਦ ਉਹ ਨੌਜਵਾਨ ਭਾਰਤ ਸਭਾ ਦੇ ਵਿੱਚ ਐਕਟਿਵ ਰਹੇ ਨੇ। ਹਾਂਜੀ, ਉਹ ਕੰਨਿਆ ਮਹਾਵਿਦਿਆਲਾ ਭਗਤ ਸਿੰਘ ਤੇ ਸੁਖਦੇਵ ਇਨਕਲਾਬੀਆਂ ਦਾ ਸ਼ੈਲਟਰ ਪਲੇਸ ਵੀ ਸੀਗਾ। ਹਾਂਜੀ, ਤੇ ਜਿਹੜੇ ਤੁਸੀਂ ਥਾਂ ਤੋਂ ਪੜ੍ਹੇ ਹੋ, ਹਾਂਜੀ, ਇੱਕ ਤਰੀਕੇ ਨਾਲ ਉਹਦਾ ਇੱਕ ਇਤਿਹਾਸਕ ਮਹੱਤਵ ਵੀ ਹੈ, ਜੀ, ਕਿਉਂਕਿ ਦੁਆਬਾ ਕਾਲਜ ਤੇ KMV ਦੀ ਇੱਕੋ ਹੀ ਮੈਨੇਜਮੈਂਟ ਹੈ ਜੀ, ਜੀ, ਤੇ ਇੱਕੋ ਹੀ ਕੰਪਲੈਕਸ ਵੀ ਹੈ ਜਿੱਥੇ ਤੱਕ ਮੇਰਾ ਖਿਆਲ ਹੈ। ਸੋ ਉਹ ਹੁਣ ਇਸ ਵੇਲੇ ਚੰਦਰਮੋਹਨ ਨੇ, ਚੰਦਰਮੋਹਨ ਆਪ ਵੀ ਕਾਫੀ, ਕਿਉਂਕਿ ਉਹਦੇ ਫਾਦਰ ਸੀ ਵੀਰੇਂਦਰ, ਹਾਂਜੀ, ਤੇ ਉਹ ਵੀ ਕੁਛ ਹੱਦ ਤੱਕ ਇਹਨਾਂ ਗੱਲਾਂ ਬਾਰੇ ਕਾਫੀ ਅਵੇਅਰ ਨੇ। ਸੋ ਇਸ ਕਰਕੇ ਦੁਆਬਾ ਕਾਲਜ ਤੇ KMV ਦਾ ਇਸ ਭਗਤ ਸਿੰਘ ਦੀ ਲਹਿਰ ਦੇ ਵਿੱਚ ਵੀ ਆਪਣਾ ਇੱਕ ਪੜਾਅ ਹੈਗਾ। ਜੀ ਜੀ ਸਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੇ ਕੁਛ ਹੋਰ ਇਦਾਂ ਦੀ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋਵੋ ਤਾਂ ਮੈਂ ਨਾ ਪੁੱਛ ਸਕਿਆ ਹੋਵਾਂ, ਆਈ ਨੋ ਵਿਦਨ ਲਿਮਿਟਿਡ ਟਾਈਮ ਦੇ ਮੈਂ ਵਿੱਚ। ਤਾਂ ਬਸ ਇੱਕੋ ਗੱਲ ਦੁਬਾਰਾ ਰਿਪੀਟ ਕਰੂੰਗਾ, 100 ਟਾਈਮ ਰਿਪੀਟ ਕਰੂੰਗਾ। ਹਾਂਜੀ, ਉਹ ਇਹ ਅੰਗਰੇਜ਼ੀ 'ਚ ਵੀ, ਪੰਜਾਬੀ 'ਚ ਵੀ, ਹਿੰਦੀ 'ਚ ਵੀ, ਨੋ ਭਗਤ ਸਿੰਘ ਥਰੂ ਭਗਤ ਸਿੰਘ। ਭਗਤ ਸਿੰਘ ਨੂੰ ਭਗਤ ਸਿੰਘ ਦੇ ਜਰੀਏ ਜਾनो, ਵੈਰੀ ਗੁੱਡ। भगत सिंह को भगत सिंह के द्वारा ही जानो, जी जी, और किसी की बात मत मानो। राइट सर, बहुत शुक्रिया जी, ਧੰਨਵਾਦ ਜੀ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਪ੍ਰੋਫੈਸਰ ਚਮਨ ਲਾਲ ਜੀ ਔਰ ਅੰਮ੍ਰਿਤ ਢਿੱਲੋਂ ਸਾਹਿਬ, ਜਿਨ੍ਹਾਂ ਦੇ ਨਾਲ ਸਾਡੀ ਇਹ ਖਾਸ ਗੱਲਬਾਤ। ਉਮੀਦ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਣੀ। ਇਹਨੂੰ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕੀਤਾ ਹੋਇਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਤਾਂ YouTube ਦੇ ਉੱਪਰ ਵੀ ਲਿੰਕ ਸ਼ੇਅਰ ਕਰ ਦੇਣੇ। ਸੋ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ 647 400 6862 647 400 6862 ਤੇ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕੋਈ ਸੰਦੇਸ਼ ਸਾਂਝੇ ਕਰਕੇ ਫਿਰ ਵਾਪਸ ਜੁੜਦੇ ਹਾਂ ਸਾਡੇ ਅਗਲੇ ਸੈਗਮੈਂਟਸ ਦੇ ਨਾਲ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ, 1350 AM ਰੇਡੀਓ ਹਮਸਫਰ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ G Media Group।